बीजेपी ते आरएसएस ਦੇ ਜਿਹੜੇ ਬੰਦੇ ਸੀ ਉਹ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਤੁਹਾਡੀ ਨਜ਼ਰ ਕਿਵੇਂ ਪਈ? ਤੁਹਾਡਾ ਉੱਥੇ ਪਹੁੰਚਣਾ ਕਿਸ ਤਰੀਕੇ ਦੇ ਨਾਲ, ਟੱਕਰਾ ਕਿਵੇਂ ਹੋ ਗਿਆ ਉਹਨਾਂ ਦੇ ਨਾਲ? ਕੋਈ 8-10 ਕੁ ਗੱਡੀਆਂ ਹੋਣੀਆਂ, ਇੰਨਾ ਕੀ ਇਹਨਾਂ ਦਾ ਹੁੰਦਾ ਵਾ 2.5 ਟੂਟ ਡੇਰਾ ਫਤਿਆਬਾਦ। ਤੇ ਮੈਂ ਅਜੇ ਸੋਚ ਹੀ ਰਿਹਾ ਤੇ ਡਰਾਈਵ ਕਰਦਾ ਤੇ ਦਿਮਾਗ ਦੇ ਵਿੱਚ ਕਿ ਹਾਂ ਵੀ ਕਾਲਾਂ ਕਰਾਂ ਤੇ ਸੱਜਣ ਮਿੱਤਰ ਇਕੱਠੇ ਕਰਾਂ। ਲੱਖੇ ਸਿਧਾਣੇ ਦੀਪ ਸਿੱਧੂ ਨੂੰ ਲੈ ਕੇ ਆਪਣੇ ਲੋਕ ਥੋੜੇ ਜਿਹੇ ਦੋ ਫਾੜ ਨਜ਼ਰ ਆ ਰਹੇ ਨੇ। ਕੁਝ ਲੋਕ ਕਹਿੰਦੇ ਆ ਕਿ ਦੀਪ ਸਿੱਧੂ ਲੱਖਾ ਸਿਧਾਣਾ ਗਦਾਰ ਨੇ, ਤੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਦੀਪ ਸਿੱਧੂ ਹੁਣੀ ਸਹੀ ਬੰਦੇ ਨੇ। ਉਦੋਂ ਤੇ ਐਨ ਪੱਟਾਂ ਥਾਪੀਆਂ ਦੇ ਮਾਰਦੇ ਸੀ, ਓਏ ਦਿੱਲੀ ਦੀ ਇੱਕ ਦੇ ਚੜ ਜਾਾਂਗੇ, ਇਸ ਤਰ੍ਹਾਂ ਕਰ ਦਿਆਂਗੇ, ਝੰਡੇ ਚਲਾ ਦਿਆਂਗੇ, ਟਰੈਕਟਰ ਲੈ ਆਇਓ ਜੇ ਫਲਾਣਾ ਕਰ ਦਿਆਂਗੇ। ਹੁਣ ਚੱਡਿਆਂ 'ਚ ਪੂਛਾਂ ਲੈ ਕੇ ਭੱਜੇ ਗਿਆ ਹੁਣ ਫਿਰ। ਅੱਛਾ ਅਮਰਤ, ਜਦੋਂ ਉਹਨਾਂ ਨੇ ਇਹ ਰੈਲੀ ਕੱਢੀ, ਤੁਸੀਂ ਉਹਨਾਂ ਨੂੰ ਜਾ ਕੇ ਰੋਕਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਨਾ ਕਰੋ, ਤਾਂ ਫਿਰ ਪੁਲਿਸ ਨੇ ਕੋਈ ਐਕਸ਼ਨ ਤਾਂ ਨਹੀਂ ਲਿਆ ਵੀ? ਕਿਉਂਕਿ ਇਹ ਕਹਿੰਦੀ ਹੋਵੇ ਵੀ ਇਹਨਾਂ ਦਾ ਅਧਿਕਾਰ ਹੈ, ਕੱਢ ਸਕਦੇ ਆ ਤੁਸੀਂ। ਤੇ ਪੁਲਿਸ ਕਾਫੀ ਨਫਰੀ ਹੋ ਗਈ ਪੁਲਿਸ ਦੀ ਨੇ। ਤੇ ਪੁਲਿਸ ਨੇ ਕੀ ਕੀਤਾ ਵੀ ਸਾਨੂੰ ਕਿਹਾ ਬਾਈ ਲਾਅ ਬੰਦੇ ਲੰਘ ਸਕਦੇ ਨੇ, ਅਸੀਂ ਇਹਨਾਂ ਨੂੰ ਲੰਘਣ ਦੇਣਾ। ਫਿਰ ਉੱਥੇ ਬੈਠਿਆਂ ਫਟਾਫਟ ਅਸੀਂ ਕੀਤਾ ਵੀ ਜਿਹੜਾ ਸਾਰੇ ਸਲਾਹ ਕੀਤੀ ਵੀ ਇਹਨਾਂ ਦੇ ਮਗਰ ਚੜਾ ਲਓ ਗੱਡੀਆਂ ਬਾਹਰ ਬਣਾ ਕੇ, ਤੇ ਪੁਲਿਸ ਕਿੰਨੇ ਚਿਰ ਰਾਖੀ ਕਰੂਗੀ। ਪੁਲਿਸ ਅੱਗੇ ਪਿੱਛੇ ਹੁੰਦੀ ਸੀ ਕਾਫਲਾ, ਤੇ ਅਸੀਂ ਇਹ ਕੀਤਾ ਵੀ ਅਸੀਂ ਇਹਨਾਂ ਦੀਆਂ 3-3 4-4 ਗੱਡੀਆਂ ਆਪਣੀਆਂ ਗੱਡੀਆਂ ਦੇ ਵਿੱਚ ਘੇਰ ਕੇ, ਕੋਈ ਸੱਜੇ ਪਾਸਿਓਂ ਲਾ ਲਈ, ਕੋਈ ਖੱਬੇ ਲਾ ਲਈ, ਕਿਸੇ ਨੇ ਅੱਗੋਂ ਪਿਕਅਪ ਟਰੱਕ ਲਾ ਲਿਆ, ਪਿੱਛੋਂ ਇਹਨਾਂ ਦੇ ਉੱਤੇ ਚੜਾਹਾ ਤੇ ਇਹਨਾਂ ਨੂੰ ਕਰਕੇ ਹਰਾਸ ਕਰੀ ਦਲੀਲ ਕਰਨਾ ਥੋੜਾ ਸ਼ੁਰੂ ਕੀਤਾ ਇਹਨਾਂ ਨੂੰ। ਕੋਈ ਐਸਾ ਮਾਈ ਦਾ ਲਾਲ ਨਹੀਂ ਵੀ ਜਿੰਨੇ ਉਹ ਇਹ ਕਹਿ ਕੇ ਵੀ ਸਾਨੂੰ ਮਗਰੋਂ ਪਿੱਛੋਂ ਆਵਾਜ਼ ਮਾਰ ਦਿੱਤੀ ਹੋਵੇ ਵੀ ਹਾਂ ਵੀ ਝੰਡੇ ਕਿਉਂ ਲਾਏ ਸਾਡੇ, ਵੀ ਤੁਸੀਂ ਆਓ ਦੇ ਡੋਕੇ ਚੁੰਗੇ ਆਪਣੀ ਮਾਂ ਦੇ ਤੇ ਆ ਕੇ ਝੰਡਾ ਡਿਫੈਂਡ ਤੇ ਕਰੋ ਬਾਹਰ ਆ ਕੇ। ਇਹ ਤੇ ਤਿੱਤਰ ਬਿੱਤਰ ਕੋਈ ਮਾਰ ਕੇ ਗੱਡੀ ਦਾ ਯੂ ਟਰਨ ਇੱਧਰ ਨੂੰ ਗਿਆ, ਕੋਈ ਖੱਬੇ ਕੋਈ ਸੱਜੇ, ਜਿੱਥੇ ਇਹਨਾਂ ਨੇ ਇਕੱਠੇ ਹੋਣਾ ਸੀ ਉੱਥੇ ਪਹੁੰਚਦਿਆਂ ਕਿ 2-4 ਉਹਨਾਂ ਦੀਆਂ ਗੱਡੀਆਂ ਰਹਿ ਗਈਆਂ। ਉਹ ਵੀ ਜਦੋਂ ਜਾ ਕੇ ਸਾਰੇ ਪਾਸਿਓਂ ਘੇਰ ਲਿਆ ਸਿੰਘਾਂ ਨੇ, ਤੇ ਇਹਨਾਂ ਨੂੰ ਭੱਜਣ ਨੂੰ ਥਾਂ ਨਾ ਉੱਥੇ ਆਏ। ਤੇ ਅੱਗੋਂ ਪੈਣ ਦੀ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ? ਪੈਣ ਮਾਰ ਜੁੱਤੀਆਂ ਧੂਣਾ ਇਹਨਾਂ ਦੇ ਕੱਢਦੇ, ਪੈਣ ਦੀ ਨੇ ਕੋਸ਼ਿਸ਼ ਕੀਤੀ। ਇਹਨਾਂ ਦੇ ਲੱਗੀ ਗੱਲ ਮੂੰਹ ਨਿਕਲ ਵਾੜਾਂਗੇ ਉੱਤੇ। ਤੁਹਾਡੇ ਕਹਿਣ ਦਾ ਭਾਵ ਇਹ ਸਾਰੀ ਸਾਜ਼ਿਸ਼ ਹੈ, ਇੱਕ ਤਾਰੋ ਪੀੜ ਕਰਨ ਦੀ ਆਪਣੇ ਸੰਘਰਸ਼ ਨੂੰ ਤਰੀਕੇ ਦੇ ਨਾਲ ਚੱਲ ਰਹੀ। ਬਿਲਕੁਲ ਸਿਆਸਤ ਹੈ ਇਹਨਾਂ ਦੀ, ਬਿਲਕੁਲ। ਔਰ ਸਾਰੇ ਨਹੀਂ, ਹੁਣ ਕੁਛ ਵਿੱਚ ਜਥੇਬੰਦੀਆਂ ਚੰਗੀਆਂ ਵੀ ਨੇ, ਤੇ 26-27 ਜਣੇ ਨੇ ਜਿਹੜੇ ਗਦਾਰ ਨੇ। ਹਾਏ ਹਾਏ ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ, ਤੇ ਮੈਂ ਅਮਰਿੰਦਰ ਸਿੰਘ ਸਿੱਧੂ। ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਕੇਂਦਰ ਸਰਕਾਰ ਦੇ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਹੁਣ ਪੰਜਾਬ ਜਾਂ ਹਿੰਦੁਸਤਾਨ ਦੇ ਪੱਧਰ ਤੇ ਨਹੀਂ ਰਿਹਾ, ਇਹ ਸੰਘਰਸ਼ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਚੁੱਕਿਆ। ਜਿਵੇਂ ਕਿ ਤੁਸੀਂ ਕਿਹਾ ਕਿ ਹਾਲੀਵੁੱਡ ਦੇ ਬਹੁਤ ਸਾਰੇ ਸਿੰਗਰਾਂ ਨੇ, ਬਾਹਰ ਦੀਆਂ ਹਸਤੀਆਂ ਨੇ ਜਿਹੜਾ ਹੈਗਾ, ਜਾਂ ਉਹਨਾਂ ਦੇ ਐਕਟਰਾਂ ਨੇ ਪੰਜਾਬ ਦੇ ਇਸ ਅੰਦੋਲਨ ਨੂੰ ਸਪੋਰਟ ਕੀਤਾ, ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕੀਤਾ। ਤਾਂ ਹੁਣ ਜਿਹੜਾ ਹੈਗਾ ਹਾਲਾਤ ਬੀਜੇਪੀ ਦੇ ਤੇ ਆਰਐਸਐਸ ਦੇ ਇਸ ਕਦਰ ਹੋ ਗਏ ਨੇ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਹੁਣ ਇਹ ਹਾਲਾਤ ਪਿੰਡਾਂ ਦੇ ਵਿੱਚ ਹੀ ਨਹੀਂ ਰਹਿ ਗਏ, ਹੁਣ ਤਾਂ ਸ਼ਹਿਰਾਂ ਦੇ ਵਿੱਚ ਵੀ। ਕੈਨੇਡਾ ਦੇ ਸ਼ਹਿਰ ਦੇ ਵਿੱਚ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਜਿਹਦੇ ਵਿੱਚ ਦੇਖਿਆ ਗਿਆ ਕਿ ਕੁਝ ਜਿਹੜੇ ਆਰਐਸਐਸ ਤੇ ਬੀਜੇਪੀ ਦੇ ਬੰਦੇ ਸੀ, ਉਹ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ, ਬੀਜੇਪੀ ਤੇ ਆਰਐਸਐਸ ਦੇ ਹੱਕ ਦੇ ਵਿੱਚ ਇੱਕ ਮਾਰਚ ਕੱਢ ਰਹੇ ਸੀ। ਤਾਂ ਉੱਥੇ ਕੁਝ ਪੰਜਾਬੀ ਨੌਜਵਾਨਾਂ ਦੀ, ਕਿਸਾਨਾਂ ਦੇ ਪੁੱਤਾਂ ਦੀ, ਤੇ ਗੱਲਬਾਤ ਕਰੀਏ ਤਾਂ ਸੁੱਖਾ ਕਾਲਮਾ ਗੈਂਗ ਦੇ ਜਿਹੜੇ ਅਮਰਤਵੀਰ ਚੀਮਾ, ਜੋ ਪੰਜਾਬੀ ਗਾਇਕ ਵੀ ਨੇ, ਉਹ ਸੰਬੰਧ ਰੱਖਦੇ ਸੀ ਪੁਰਾਣੇ ਸਮੇਂ ਦੇ ਵਿੱਚ ਸੁੱਖਾ ਕਾਲਮਾ ਗੈਂਗ ਦੇ ਨਾਲ। ਸੁੱਖੇ ਕਾਲਮਾ ਦੇ ਕਾਫੀ ਕਰੀਬੀ ਰਹੇ, ਦਲਜੀਤ ਭਾਨਾ ਦੇ ਕਰੀਬੀ ਰਹੇ, ਲਾਰੈਂਸ ਬਿਸ਼ਨੋਈ ਦੇ ਕਰੀਬੀ ਰਹੇ, ਤਾਂ ਹੁਣ ਵੀ ਉਹਨਾਂ ਦੇ ਕਰੀਬੀ ਨੇ। ਉਹਨਾਂ ਦੀ ਨਜ਼ਰ ਪਈ ਕਿ ਇਹ ਬੀਜੇਪੀ ਤੇ ਆਰਐਸਐਸ ਦੇ ਬੰਦੇ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਨੇ। ਤਾਂ ਉਹਨਾਂ ਦੇ ਖੂਨ ਖੋਲਿਆ, ਆਪਣੇ ਸਾਥੀਆਂ ਨੂੰ ਇਕੱਠੇ ਕੀਤਾ। ਉਹਨਾਂ ਨੇ ਫਿਰ ਉਹਨਾਂ ਨੂੰ ਧੱਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੀਆਂ ਕਾਰਾਂ ਦੇ ਉੱਪਰ ਬੀਜੇਪੀ ਤੇ ਆਰਐਸਐਸ ਦੇ ਝੰਡੇ ਉਤਰਵਾਏ ਤੇ ਸਬਕ ਚੰਗੀ ਤਰ੍ਹਾਂ ਦੇ ਨਾਲ ਸਿਖਾਇਆ। ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ। ਕੁਝ ਵੀਡੀਓ ਤੁਹਾਨੂੰ ਸ਼ੁਰੂਆਤੀ ਦਿਖਾਵਾਂਗੇ ਤੇ ਕੁਝ ਨਾਲ ਦੀ ਨਾਲ ਪੂਰੀ ਵੀਡੀਓ ਦੇ ਵਿੱਚ ਦਿਖਾਉਂਦੇ ਜਾਵਾਂਗੇ, ਤਾਂ ਜੋ ਤੁਸੀਂ ਪੂਰੇ ਤਰੀਕੇ ਦੇ ਨਾਲ ਜਾਣ ਲਵੋ ਕਿ ਆਖਿਰ ਉੱਥੇ ਗੱਲ ਪੂਰੀ ਹੋਈ ਕੀ ਸੀ। ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ। ਉਹ ਵੀ ਬ੍ਰੈਂਪਟਨ ਵਾਲਿਓ, ਆ ਇੱਥੇ ਲੱਗੇ ਸੀ 4 ਗੱਡੀਆਂ ਲੈ ਕੇ ਨਾ, 2.5 ਟੋਟਕੂ ਡੇਰਾ ਫਤਿਆਬਾਦ ਆਰਐਸਐਸ ਵਾਲੇ ਲਾ ਕੇ ਉੱਤੇ ਝੰਡੇ ਚਾਹੀਦੇ। ਇਹ ਇਹਨਾਂ ਦੀਆਂ ਗੱਡੀਆਂ ਦੇ ਉੱਤੋਂ ਮੁੰਡਿਆਂ ਨੇ ਝੰਡੇ ਪੁੱਟ ਕੇ ਲਿਆਂਦੇ। ਜੇ ਐਡੀ ਜ਼ਰੂਰਤ ਆ ਬਾਹਰ ਆਉਣ, ਆ ਵੇਖੋ ਤੁਹਾਨੂੰ ਇਹ ਸਿਸਟਮ, ਆ ਸਾਰੀਆਂ ਗੱਡੀਆਂ ਇਹਨਾਂ ਦੀਆਂ ਦੇ ਆਪਣੇ ਆ ਵੇਖੋ, ਆ ਬੰਦੇ ਦਾ ਮੂੰਹ ਵੇਖੋ, ਇਹਦਾ ਆ ਸ਼ਕਲ ਵੇਖੋ ਇਹਦੀ। ਇਹਨਾਂ ਸਾਰਿਆਂ ਤੋਂ ਝੰਡੇ ਲਾ ਕੇ ਤੇ ਪੈਰਾਂ ਥੱਲੇ ਰੋਲ ਕੇ ਆਏ ਆ। ਇਹਨਾਂ ਨੂੰ ਕੁਝ ਇੱਡੀ ਗੱਲ ਆ, ਬਾਹਰ ਨਿਕਲੋ ਯਾਰ, ਤੁਸੀਂ ਆਓ ਤੁਹਾਨੂੰ ਵੇਖ ਲੈਂਦੇ ਆ। ਤੁਸੀਂ ਗੱਡੀ ਤੋਂ ਬਾਹਰ ਤੇ ਆ ਕੇ ਆਪਣਾ ਝੰਡਾ ਤੇ ਬਚਾ ਕੇ ਵਿਖਾਓ। ਹਾਏ ਹਾਏ
ਮੋਦੀ ਦੇ ਕੁੱਤੇ ਕੀ ਕਰਾਂਗਾ ਓਏ ਜਾ ਤੁਰ ਜਾ ਮੂਤ ਪੀ ਜਾ ਕੇ ਕਿਤੇ ਓਏ ਜਾ ਤੁਰ ਜਾ ਮੂਤ ਪੀ ਜਾ ਕੇ ਕਿਤੇ ਚੱਲੇ ਹਾਏ ਹਾਏ ਮੋਦੀ ਦੇ ਚੱਲੇ ਹਾਏ ਹਾਏ ਮੋਦੀ ਦੇ ਚੱਲੇ ਹਾਏ ਹਾਏ ਮੋਦੀ ਦੇ ਕੁੱਤੇ ਹਾਏ ਹਾਏ ਮੋਦੀ ਦੇ ਕੁੱਤੇ ਹਾਏ ਹਾਏ ਤਾਂ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਤਾਂ ਧਰਤੀ ਪੁੱਤਰਾਂ ਨੇ ਕਿਸ ਤਰੀਕੇ ਦੇ ਨਾਲ ਆਰਐਸਐਸ ਤੇ ਬੀਜੇਪੀ ਦੇ ਬੰਦਿਆਂ ਨੂੰ ਸਬਕ ਸਿਖਾਇਆ। ਕੁਝ ਹੋਰ ਵੀ ਵੀਡੀਓਜ਼ ਨੇ ਜੋ ਬਹੁਤ ਇੰਟਰਸਟਿੰਗ ਨੇ, ਅੱਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ। ਇਹ ਉਹ ਨੌਜਵਾਨ ਹੈ, ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦੇਵਾਂ ਕਿ ਇਹ ਨੌਜਵਾਨ ਇੱਕ ਪੰਜਾਬੀ ਗਾਇਕ ਵੀ ਹੈ, ਪੰਜਾਬੀਅਤ ਦੀ ਸੇਵਾ ਕਰਦਾ ਹੈ ਤੇ ਕੈਨੇਡਾ ਦੇ ਵਿੱਚ ਵੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਤੇ ਪਿਛੋਕੜ ਦੀ ਜੇਕਰ ਗੱਲ ਕਰੀਏ, ਇਸ ਸੁੱਖਾ ਕਾਲੂਆਂ ਗੈਂਗ ਦਾ ਕਾਫੀ ਸਰਗਰਮ ਜਿਹੜਾ ਉਹਨਾਂ ਦੇ ਨਾਲ ਰਿਹਾ ਹੋਇਆ ਤੇ ਨਾਲ ਹੀ ਨਾਲ ਦਲਜੀਤ ਭਾਨਾ ਤੇ ਲਾਰੈਂਸ ਬਿਸ਼ਨੋਈ ਦਾ ਵੀ ਬਹੁਤ ਜ਼ਿਆਦਾ ਕਰੀਬੀ ਸਾਥੀ ਹੈ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਮਰਤ ਜੀ, ਇੱਕ ਵਾਰ ਫਿਰ ਤੋਂ ਰੋਜ਼ਾਨਾ ਲੋਕਨਾਥ ਟੀਵੀ ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੀਆਂ ਬਹੁਤ ਸਾਰੀਆਂ ਪਹਿਲਾਂ ਵੀ ਇੰਟਰਵਿਊਜ਼ ਕਰ ਚੁੱਕੇ ਹਾਂ, ਤਾਂ ਹੁਣ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਇੱਕ ਖਾਸ ਮੁੱਦੇ ਦੇ ਉੱਪਰ। ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਅਮਰਤ ਜੀ, ਪਹਿਲਾਂ ਤਾਂ ਆਪਾਂ ਹੋਰ ਮੁੱਦਿਆਂ ਤੇ ਗੱਲਬਾਤ ਕਰ ਰਹੇ, ਪਰ ਜਿਹੜਾ ਅੱਜ ਮੁੱਦਾ ਬੜਾ ਅਹਿਮ ਹੈ, ਅਸੀਂ ਤੁਹਾਡੀ ਵੀਡੀਓ ਦੇਖੀ, ਬੀਜੇਪੀ ਤੇ ਆਰਐਸਐਸ ਦੇ ਜਿਹੜੇ ਬੰਦੇ ਸੀ ਉਹ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਤੁਹਾਡੀ ਨਜ਼ਰ ਕਿਵੇਂ ਪਈ? ਤੁਹਾਡਾ ਉੱਥੇ ਪਹੁੰਚਣਾ ਕਿਸ ਤਰੀਕੇ ਦੇ ਨਾਲ, ਟਾਕਰਾ ਕਿਵੇਂ ਹੋ ਗਿਆ ਉਹਨਾਂ ਦੇ ਨਾਲ? ਮੈਂ ਜੀ, ਸਾਨੂੰ ਪਹਿਲਾਂ ਤਾਂ ਐਕਚੁਅਲੀ ਇਨਫੋਰਮੇਸ਼ਨ ਨਹੀਂ ਸੀ, ਬਿਲਕੁਲ 11th ਆਰ ਹੀ ਪਤਾ ਲੱਗਾ ਸੰਗਤ ਨੂੰ ਉੱਥੇ। ਤੇ ਮੈਨੂੰ ਤਾਂ ਖਿਆਲ ਕਹਿ ਲਓ ਕਿ 11th ਆਰ ਵੀ ਨਹੀਂ, ਮੈਂ ਤਾਂ ਐਕਚੁਅਲੀ ਲੰਘ ਰਿਹਾ ਸੀ ਉੱਥੋਂ ਤੇ ਮੈਂ ਵੇਖਿਆ ਵੀ ਇਹ ਕੋਈ 8-10 ਕੁ ਗੱਡੀਆਂ ਹੋਣੀਆਂ, ਇਹਨਾਂ ਦਾ ਹੁੰਦਾ ਵਾ 2.5 ਟੋਟਕੂ ਡੇਰਾ ਫਤਿਆਬਾਦ। ਤੇ ਮੈਂ ਅਜੇ ਸੋਚ ਹੀ ਰਿਹਾ ਤੇ ਡਰਾਈਵ ਕਰਦਾ ਤੇ ਦਿਮਾਗ ਦੇ ਵਿੱਚ ਕਿ ਹਾਂ ਵੀ ਕਾਲਾਂ ਕਰਾਂ ਤੇ ਸੱਜਣ ਮਿੱਤਰ ਇਕੱਠੇ ਕਰਾਂ। ਤੇ ਮੈਂ ਵੀਡੀਓ ਬਣਾ ਕੇ ਨਾਲ ਹੀ ਪਾ ਦਿੱਤੀ ਲਾਈਟ ਦੇ ਉੱਤੇ ਰੁਕ ਕੇ ਤੇ ਇਕੱਠੇ ਹੋਵੋ ਫਲਾਣੀ ਜਗ੍ਹਾ ਦੇ, ਤੇ ਨਾਲ ਹੀ ਮੈਂ ਉੱਥੇ ਗੱਡੀ ਸਾਈਡ ਤੇ ਲਾ ਲਈ। ਤੇ ਉਸ ਤੋਂ ਬਾਅਦ ਮੈਂ ਅਗਲੀ ਲਾਈਟ ਤੱਕ ਦੂਰ ਦੇਖ ਰਿਹਾ ਤਾਂ ਮੈਂ ਕੁਛ ਰਸ਼ ਜਿਹਾ ਵਾ ਤੇ ਝੰਡੇ ਵਗੈਰਾ ਦਿਸੇ ਤੇ ਮੈਂ ਗਿਆ। ਐਕਚੁਅਲੀ ਮੈਂ ਨਹੀਂ ਕਹਿ ਸਕਦਾ ਕਿ ਮਤਲਬ ਮੈਂ ਕਰਤਾ ਜਾਂ ਕੁਛ, ਸੰਗਤ ਦਾ ਸੀ, ਮੈਂ ਤੇ ਉਹਨਾਂ ਦੇ ਵਿੱਚੋਂ ਇੱਕ ਸੀ, ਉਹਨਾਂ ਦੇ ਨਾਲ ਸੀ। ਉੱਥੇ ਜਾਂਦੇ ਆਲਰੇਡੀ ਜਿਹੜੇ ਸੀਗੇ ਆਪਣੇ ਸੰਗਤ ਸੀ, ਮੁੰਡੇ ਸੀ, ਕੁੜੀਆਂ ਵੀ ਸੀਗੀਆਂ, ਉਹਨਾਂ ਨੇ ਪਹਿਲਾਂ ਹੀ ਗੱਡੀਆਂ ਗੁੱਡੀਆਂ ਲਾ ਕੇ ਇਹਨਾਂ ਦਾ ਪਿੱਛੇ ਜਿਹੜਾ ਕਾਫਲਾ ਸੀਗਾ ਕੋਈ 15-20 ਗੱਡੀਆਂ ਦਾ ਹੋਰ ਆ ਰਿਹਾ ਸੀ, ਸੰਘੀਆਂ ਦਾ, ਆਰਐਸਐਸ ਵਾਲਿਆਂ ਦਾ, ਉਹ ਘੇਰ ਰਿਹਾ ਹੋਇਆ ਸੀ ਏਅਰਪੋਰਟ ਐਂਡ ਡਿਕਸੀ ਐਂਡ ਮੇਫੀਲਡ ਦੇ ਉੱਤੇ। ਤੇ ਉੱਥੇ ਫਿਰ ਮੈਂ ਲਾ ਕੇ ਗੱਡੀ ਸਾਈਡ ਤੇ ਉੱਥੇ ਜਾ ਕੇ ਤੇ ਜਦੋਂ ਅਸੀਂ ਗਏ ਤੇ ਵੇਖਿਆ ਸਿਸਟਮ, ਇਹ ਵੀ ਅੱਗੋਂ ਜਿਵੇਂ ਸਹਿਮੇ ਉਦਾਂ ਦੇ ਬੈਠੇ ਸੀ ਤੇ ਅੰਦਰੋਂ ਲੋਕ ਲਾਏ ਹੋਏ ਸੀ ਇਹਨਾਂ ਨੇ ਗੱਡੀਆਂ ਨੂੰ। ਕੈਨੇਡਾ ਦੇ ਵੈਨਕੂਵਰ ਦੀ ਘਟਨਾ ਨਾ ਇਹ? ਬਰੈਂਪਟਨ ਦੀ ਜੀ, ਬਰੈਂਪਟਨ ਦੀ ਘਟਨਾ। ਤੇ ਉੱਥੇ ਜਦੋਂ ਜਾ ਕੇ ਤੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਬੜੇ ਸ਼ਾਂਤੀਮਈ ਤਰੀਕੇ ਨਾਲ, ਪੀਸਫੁਲੀ। ਇਹੀ ਕਿਹਾ ਵੀ ਇਹ ਗੱਲ ਬਿਲਕੁਲ ਉਲਟ ਜਾਂਦੀ ਆ ਹਿਊਮੈਨਿਟੀ ਦੇ। ਠੀਕ ਆ, ਤੁਹਾਡਾ ਜ਼ਮੀਰ ਮਰਿਆ ਹੋਇਆ, ਤੁਸੀਂ ਬੋਲ ਨਹੀਂ ਸਕਦੇ ਸਾਡੇ ਹੱਕ 'ਚ, ਪੰਜਾਬ ਵਾਲਿਆਂ ਦੇ ਹੱਕ 'ਚ ਬੋਲ ਨਹੀਂ ਸਕਦੇ, ਘੱਟੋ ਘੱਟ ਵਿਰੋਧ ਤੇ ਨਾ ਕਰੋ। ਤੁਸੀਂ ਤੇ ਉਸ ਚੀਜ਼ ਨੂੰ ਮਤਲਬ 28 ਠਹਿਰਾਉਣ ਲਈ ਕਿ ਮਤਲਬ ਸਹੀ ਠਹਿਰਾਉਣ ਲਈ ਕਿ ਹਾਂ ਕਿ ਆਪਣਾ ਮੋਦੀ ਨੇ ਠੀਕ ਕੀਤਾ ਜੋ ਵੀ ਆ, ਤੇ ਤੁਸੀਂ ਉਹਦੇ ਹੱਕ 'ਚ ਤੁਰੇ ਫਿਰਦੇ ਹੋ ਵੀ ਘੱਟੋ ਘੱਟ ਚੁੱਪ ਹੀ ਰਹਿ ਜਾਓ। ਤੇ ਇਹ ਨਹੀਂ ਜੀ ਆਪਣਾ ਕਰਨ ਵੀ ਜਿੰਦਾਬਾਦ ਮੁਰਦਾਬਾਦ ਦੇ ਅੰਦਰੋਂ ਨਾਰੇ ਲਾਉਣ ਵਿਖਾ ਕੇ ਸਾਨੂੰ ਆਪਣੇ ਚੜਾਉਣ ਦੇ ਲਈ ਇਹਨਾਂ ਚ ਹੁੰਦਾ ਕਿ ਜੇ ਪੁਲਿਸ ਆ ਜਾਂਦੀ ਆ ਤੇ ਪੁਲਿਸ ਵਾਲਿਆਂ ਨੇ ਸਾਨੂੰ ਕਿਹਾ ਵੀ ਬਾਈ ਲਾਅ ਇਹ ਰੋਡ ਤੋਂ ਲੰਘ। ਜਿੰਦਾਬਾਦ ਕਿਹਨੂੰ ਕਹਿ ਰਹੇ ਸੀ ਤੇ ਮੁਰਦਾਬਾਦ ਕਿਹਨੂੰ ਕਹਿ ਰਹੇ ਸੀ? ਮਤਲਬ ਕਿਸਾਨੀ ਨੂੰ, ਵੀ ਜਦੋਂ ਉਹ ਗੱਲ ਸੀਗੀ ਕਿਸਾਨੀ ਬਿੱਲਾਂ ਦੀ ਕਰਦੇ ਸੀ, ਮੋਦੀ ਮੁਰਦਾਬਾਦ ਤੇ ਕਾਲੇ ਕਾਨੂੰਨ ਵਾਪਸ ਲਓ ਮੁਰਦਾਬਾਦ, ਤੇ ਉਹ ਸਾਡੇ ਵੱਲ ਨੂੰ ਸਾਨੂੰ ਪੈਂਦੇ ਸੀਗੇ ਵੀ ਤੁਸੀਂ ਕਿਸਾਨ ਮੋਰਚੇ ਮੁਰਦਾਬਾਦ, ਇਹ ਉਹ ਏਦਾਂ ਦੀਆਂ ਗੱਲਾਂ। ਅੱਛਾ, ਤੁਹਾਨੂੰ ਇਹ ਗੱਲ ਕਹਿ ਰਹੇ ਸੀ? ਗੱਡੀਆਂ ਅੰਦਰੋਂ ਲੌਕ ਕਰਕੇ ਜੋ ਮਰਜ਼ੀ ਕਹੀ ਜਾਓ। ਤੇ ਹੈ ਮਤਲਬ ਦੋਨੋਂ ਸਾਨੂੰ ਇਸ਼ਾਰੇ ਕਰਨੇ, ਏਦਾਂ ਇਹ ਦਿਸ ਰਿਹਾ ਸੀ ਨਾ ਵੀ ਹਾਫ ਨੂੰ ਪਤਾ ਲੱਗ ਜਾਂਦਾ ਸਾਡੇ ਉਲਟ ਕਰਦੇ ਆ ਬਈ। ਤੇ ਪੁਲਿਸ ਕਾਫੀ ਨਫਰੀ ਹੋ ਗਈ ਪੁਲਿਸ ਦੀ ਨੇ, ਤੇ ਪੁਲਿਸ ਨੇ ਕੀ ਕੀਤਾ ਵੀ ਸਾਨੂੰ ਕਿਹਾ ਬਾਈ ਲਾਅ ਇਹ ਬੰਦੇ ਲੰਘ ਸਕਦੇ ਨੇ, ਅਸੀਂ ਇਹਨਾਂ ਨੂੰ ਲੰਘਣ ਦੇਣਾ। ਫਿਰ ਉੱਥੇ ਬੈਠਿਆਂ ਫਟਾਫਟ ਅਸੀਂ ਕੀਤਾ ਵੀ ਜਿਹੜਾ ਸਾਰੇ ਸਲਾਹ ਕੀਤੀ ਵੀ ਇਹਨਾਂ ਦੇ ਮਗਰ ਚੜਾ ਲਓ ਗੱਡੀਆਂ ਬਾਹਰ ਬਣਾ ਕੇ, ਤੇ ਪੁਲਿਸ ਕਿੰਨੇ ਚਿਰ ਰਾਖੀ ਕਰੂਗੀ। ਪੁਲਿਸ ਅੱਗੇ ਪਿੱਛੇ ਹੁੰਦੀ ਸੀ ਕਾਫਲਾ, ਤੇ ਅਸੀਂ ਇਹ ਕੀਤਾ ਵੀ ਅਸੀਂ ਇਹਨਾਂ ਦੀਆਂ 3-3 4-4 ਗੱਡੀਆਂ ਆਪਣੀਆਂ ਗੱਡੀਆਂ ਦੇ ਵਿੱਚ ਘੇਰ ਕੇ, ਕੋਈ ਸੱਜੇ ਪਾਸਿਓਂ ਲਾ ਲਈ, ਕੋਈ ਖੱਬੇ ਲਾ ਲਈ, ਕਿਸੇ ਨੇ ਅੱਗੋਂ ਪਿਕਅਪ ਟਰੱਕ ਲਾ ਲਿਆ, ਪਿੱਛੋਂ ਇਹਨਾਂ ਦੇ ਉੱਤੇ ਚੜਾਹਟ ਇਹਨਾਂ ਨੂੰ ਕਰਕੇ ਹਰਾਸ ਕਰੀ, ਜਲੀਲ ਕਰਨਾ ਥੋੜਾ ਸ਼ੁਰੂ ਕੀਤਾ ਇਹਨਾਂ ਨੂੰ
ਵੀ ਇਹਨਾਂ ਦਾ ਅੰਦਰ ਤੇ ਝੰਜੋੜਿਆ ਜਾਏ ਵੀ ਹਾਂ ਵੀ ਅਸੀਂ ਕੀ ਗੱਲ ਗਲਤ ਕਰਨ ਡਏ ਆ ਤੇ ਲੋਕੀ ਸਾਨੂੰ ਪੈਂਦੇ ਆ ਵੀ ਅਸੀਂ ਇਹ ਮਤ ਸੋਚੀਏ ਕਿ ਇੱਥੇ ਪਟਾ ਖੁੱਲਾ ਸੰਗਲੀ ਲੱਥੀ ਹੈ ਗਲੀ ਚੋਂ ਸਾਨੂੰ ਕਹੂਗਾ ਕੋਈ ਕੁਛ ਨਹੀਂ, ਇਹ ਭੁਲੇਖਾ ਨਾਲ ਕੱਢ ਦਈਏ। ਤੇ ਇਹਨਾਂ ਨੇ ਕਰ ਕੁਰ ਕੇ ਅਸੀਂ ਗੱਡੀਆਂ ਚਲੋ ਥੋੜੀ ਬਹੁਤੀ ਰਫ ਡਰਾਈਵਿੰਗ ਵੀ ਕਰਨੀ ਪਈ ਤੇ ਕਰ ਕੁਰ ਕੇ ਇਹਨਾਂ ਦੀ ਸੜਕਾਂ ਤੋਂ ਲਾਤੀਆਂ ਕਦੀ ਕੁਛ। ਤੇ ਇਹਨਾਂ ਨੇ ਤੇ ਜੀ ਮੇਰੇ ਸਾਹਮਣੇ ਇੱਕ ਗੱਡੀ ਜਾਂਦੀ ਸੀ ਪਈ, ਉਹਦੇ ਬਾਬਾ ਮੈਂ ਉੱਤੇ ਚੜਿਆ ਰਿਹਾ, ਉਹਨੇ ਤੇ ਪਤੰਦਰ ਨੇ ਪਹਿਲਾਂ ਜਾਂਦੇ ਇੱਕ ਪਾਸੇ ਝੰਡਾ ਲਾਇਆ ਆਪਣਾ, ਫਿਰ ਦੂਜੇ ਪਾਸਿਓਂ ਉਸ ਤੋਂ ਬਾਅਦ ਜਿਹੜੀ ਪਹਿਲੀ ਲਾਈਟ ਆਈ ਉਹਨੇ ਖੱਬੇ ਪਾਸੇ ਨੂੰ ਪਾ ਕੇ ਨਿੱਕਾ ਗੇਰ ਤੇ ਗੱਡੀ ਭਜਾਉਂਦੀ ਕੀਤੀ। ਕਹਿੰਦਾ ਮੈਂ ਤੇ ਕਾਬਲੇ ਅੱਛਾ, ਉਹਨੇ ਆਪਣੀ ਗੱਡੀ ਤੋਂ ਆਪ ਹੀ ਝੰਡੇ ਲਾ ਲਏ। ਆਪ ਹੀ ਲਾ ਲਏ ਜੀ। ਆਂਦਾ ਮੈਂ ਤੇ ਹੈ ਨਹੀਂ ਕਾਬਲੇ ਦੇ ਨਾਲ। ਅੱਗੇ ਜਾ ਕੇ ਕੀ ਹੋਇਆ ਕਿ ਜਿਹੜੀ ਝੰਡੇ ਲਾਉਣ ਵਾਲੀ ਫਿਰ ਗੱਲ ਸੀ, ਇਹਨਾਂ ਨੇ ਨਿਸ਼ਾਨ ਸਾਹਿਬ ਲੱਗੇ ਹੋਏ ਸਾਡੀ ਗੱਡੀਆਂ ਤੇ, ਇਹਨਾਂ ਜੋ ਇੱਕ ਬੰਦੇ ਨੇ ਝੰਡੇ ਵੱਲ ਇਸ਼ਾਰਾ ਕਰਕੇ ਗੱਡੀ ਗਾਲ ਨਿਸ਼ਾਨ ਸਾਹਿਬ ਨੂੰ। ਤੇ ਉਹ ਬਸ ਫਿਰ ਇੰਨੀ ਕੁ ਗੱਲ ਸੀ, ਫਿਰ ਤੇ ਕੋਈ ਮਤਲਬ ਕੋਆਰਡੀਨੇਸ਼ਨ ਸਾਰਿਆਂ ਦੀ ਦਿਮਾਗ ਨਾਲ ਅੱਖਾਂ ਨਾਲ ਇੱਕਦਮ ਹੋ ਗਈ, ਕਹਿਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਪਈ। ਫਿਰ ਇਹਨਾਂ ਦੇ ਝੰਡੇ ਜਾ ਕੇ ਲਾ ਕੇ ਧੱਕੇ ਨਾਲ ਤੋੜ ਕੇ ਤਾਂ ਸੁੱਟੇ ਆ। ਤੇ ਅੱਛਾ, ਕੋਈ ਐਸਾ ਮਾਈ ਦਾ ਲਾਲ ਨਹੀਂ ਵੀ ਜਿੰਨੇ ਉਹ ਇਹ ਕਹਿ ਕੇ ਵੀ ਸਾਨੂੰ ਮਗਰੋਂ ਪਿੱਛੋਂ ਆਵਾਜ਼ ਮਾਰ ਦਿੱਤੀ ਹੋਵੇ ਵੀ ਹਾਂ ਵੀ ਝੰਡੇ ਕਿਉਂ ਲਾਏ ਸਾਡੇ, ਵੀ ਤੁਸੀਂ ਆਓ ਦੇ ਡੋਕੇ ਚੁੰਗੇ ਆਪਣੀ ਮਾਂ ਦੇ ਤੇ ਆ ਕੇ ਝੰਡਾ ਡਿਫੈਂਡ ਤੇ ਕਰੋ ਬਾਹਰ ਆ ਕੇ। ਝੰਡੇ 2-2 4-4 ਲਾਏ ਗੱਡੀਆਂ ਤੇ ਰੁਪਈਏ ਵੀ ਨਹੀਂ ਕਰ ਰਿਹਾ। ਇੱਕ ਦਾ ਤੇ ਮੈਂ ਤਾਂ ਗੱਡੀ ਖੋਲੀ ਲੋਕ ਸੀ, ਮੈਂ ਕੋਲ ਝੰਡਾ ਲਾ, ਉਹਨੇ ਆਪ ਹੀ ਕੁਛ ਉਹਨੂੰ ਮਾਰਿਆ ਨਹੀਂ, ਕੋਈ ਕੁਛ ਨਹੀਂ, ਆਪ ਉਹਨੇ ਝੰਡਾ ਸ਼ੀਸ਼ਾ ਡਾਊਨ ਕਰਕੇ ਝੰਡਾ ਲਾ ਕੇ ਅੰਦਰ ਰੱਖ ਲਿਆ, ਉਹਦਾ ਲਾ ਲਿਆ ਜੀ। ਮੈਂ ਜਾਓ ਮਤਲਬ ਕਿ ਜੇ ਤੁਰੇ ਹੋਈ ਦੀ ਗੱਲ ਤੇ ਮਾੜਾ ਜਿਹਾ ਕੋਈ ਕਾਣ ਵਿਖਾਓ ਵੀ, ਕੋਈ ਕੁਛ ਕਿਹਾ ਨਹੀਂ, ਕੋਈ ਗੱਲ ਨਹੀਂ ਬਾਤ ਨਹੀਂ। ਉਦੋਂ ਬਾਅਦ ਤੇ ਇਹਨਾਂ ਦੀ 2-3 ਹਫ਼ਤੇ ਦੀ ਪਲੈਨਿੰਗ ਸੀ, ਸਾਨੂੰ ਬਾਅਦ ਚ ਪਤਾ ਲੱਗਾ 2-3 ਹਫ਼ਤੇ ਹੋ ਗਏ ਸੀ ਤਿਆਰੀ ਕਰਦਿਆਂ। ਤੇ 30-32 ਗੱਡੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਆਪਣੇ ਬੰਦਿਆਂ ਦਾ ਇਹ ਸੀਗਾ ਪੰਜਾਬੀਆਂ ਤੇ ਜਿਹੜਾ ਕੋਈ ਨਿਆਣੇ ਸਕੂਲ ਛੱਡਣ ਜਾਂਦਾ ਸੀ, ਕੋਈ ਸਬਜ਼ੀ ਭਾਜੀ ਲੈਣ ਨੂੰ ਗਰੋਸਰੀ ਜਾਂਦਾ ਸੀ, ਕੋਈ ਸੁੱਤਾ ਸੀ ਘਰ, ਜਦੋਂ ਪਤਾ ਲੱਗ ਗਿਆ 250-300 ਗੱਡੀ ਤੇ ਇਦਾਂ ਇਕੱਠੀ ਹੋ ਗਈ। ਅੱਛਾ, ਉੱਤੇ ਇਹਨਾਂ ਦੀ ਸੀ ਰੈਲੀ, ਇਹਨਾਂ ਨੇ ਰੱਖੀ ਸੀ, ਉਹ ਰੈਲੀ ਬਣ ਗਈ ਕਿਸਾਨਾਂ ਦੀ, ਹਾਈਜੈਕ ਹੋ ਗਈ ਰੈਲੀ। ਇਹ ਤੇ ਤਿੱਤਰ ਬਿੱਤਰ ਕੋਈ ਮਾਰ ਕੇ ਗੱਡੀ ਦਾ ਯੂ ਟਰਨ ਇੱਧਰ ਨੂੰ ਗਿਆ, ਕੋਈ ਖੱਬੇ ਕੋਈ ਸੱਜੇ, ਜਿੱਥੇ ਇਹਨਾਂ ਨੇ ਇਕੱਠੇ ਹੋਣਾ ਸੀ ਉੱਥੇ ਪਹੁੰਚਦਿਆਂ ਕਿ 2-4 ਦਿਨਾਂ ਦੀਆਂ ਗੱਡੀਆਂ ਰਹਿ ਗਈਆਂ, ਉਹ ਵੀ ਜਦੋਂ ਜਾ ਕੇ ਸਾਰੇ ਪਾਸਿਓਂ ਘੇਰ ਲਿਆ ਸਿੰਘਾਂ ਨੇ ਤੇ ਇਹਨਾਂ ਨੂੰ ਭੱਜਣ ਨੂੰ ਥਾਂ ਨਾ ਉੱਥੇ ਆਏ। ਤੇ ਮੁੜ ਕੇ ਸ਼ਾਮ ਨੂੰ ਟ੍ਰਿਨਿਟੀ ਦੇ ਵਿੱਚ ਇਕੱਠ, ਟ੍ਰਿਨਿਟੀ ਕਾਮਨ ਇੱਥੇ ਸਾਡੇ ਮਾਲ ਆ, ਉੱਥੇ ਇਕੱਠ ਹੋ ਗਿਆ। ਮੈਨੂੰ ਲੱਗਦਾ 400-500 ਗੱਡੀ ਹੋ ਗਈ। ਉੱਥੇ ਤਾਂ ਨਹੀਂ ਸੀ ਖੈਰ ਮੈਂ ਮੌਕੇ ਤੇ ਪਹੁੰਚ ਸਕਿਆ ਕਿਉਂਕਿ ਮੈਂ ਹਾਂਜੀ ਕਿਸਾਨਾਂ ਦਾ। ਤੇ ਉੱਥੇ ਫਿਰ ਕੇਸਰੀ ਦੱਸਿਆ ਬਸ ਸਾਰੇ ਪਾਸੇ, ਮਤਲਬ ਜਿਹੜੀ ਚੀਜ਼ ਨੂੰ ਜ਼ਿਆਦਾ ਫਿਰ ਦਬਾਉਣ ਦੀ ਕੋਸ਼ਿਸ਼ ਕਰੋ ਫਿਰ ਜ਼ਿਆਦਾ ਨਿਕਲਦੀ ਨਾ ਬਾਹਰ। ਤੇ ਮੈਂ ਕਹਿੰਦਾ ਇਹ ਵਰਤਾਰੇ ਕੋਈ ਸਿਖਾ ਕੇ ਜਾਂਦੇ ਆ। ਤੇ ਮੈਂ ਹੱਸਦਾ ਸੀ, ਮੈਂ ਕਿਹਾ ਵਾਵਾ 2 ਵੀਕ ਹੋ ਗਏ ਕੋਈ ਰੈਲੀ ਹੋਈ ਨਹੀਂ ਸੀ ਵੱਡੀ ਟਰਾਂਟੋ, ਇਸੇ ਬਹਾਨੇ ਸਾਰਿਆਂ ਦੇ ਜਿਹੜਾ ਆਲਸ ਟੁੱਟ ਗਿਆ ਸਗੋਂ। ਤੇ ਅੱਗੋਂ ਪੈਣ ਦੀ ਨੀ ਉਹਨਾਂ ਨੇ ਕੋਸ਼ਿਸ਼ ਕੀਤੀ? ਪੈਣ ਮਾਰ ਜੁੱਤੀਆਂ ਧੂਣਾ ਇਹਨਾਂ ਦਾ ਕੱਢਦੇ, ਪੈਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਇਹਨਾਂ ਦੇ ਲੱਗੀ ਗੱਲ ਮੂੰਹ ਨਿਕਲਣ ਵਾੜਾਂਗੇ ਉੱਥੇ ਇਹ ਹੈ ਕਿ ਨਹੀਂ ਜੋਗੇ। ਪਤਾ ਲੱਗਿਆ ਕਿ ਇਹ ਮੇਨ ਇਹਨਾਂ ਦੇ ਵਿੱਚ ਕੌਣ ਸੀ, ਕਿਉਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਚਿੜਾਉਣ ਦੇ ਲਈ ਇਹ ਰੈਲੀ ਜਿਹੜਾ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਸੀ? ਰੈਲੀ ਤਾਂ ਆਪਾਂ ਨਹੀਂ ਕਹਿ ਸਕਦੇ, ਚਲੋ 15-20 ਗੱਡੀਆਂ ਜਿਹੜੀ ਕਿਹੜੀ ਰੈਲੀ ਹੁੰਦੀ ਹੈ। ਤੇ ਮਤਲਬ ਕੀ ਆਪਾਂ ਇਹਨਾਂ ਨੂੰ ਪਤਾ ਲੱਗਿਆ ਕਿ ਕਿਉਂ ਇਹਨਾਂ ਦੇ ਵੱਲੋਂ ਸਾਜ਼ਿਸ਼ ਇਹ ਘੜੀ ਗਈ ਸੀ ਇਹਨਾਂ ਨੂੰ ਚਿੜਾਉਣ ਦੇ ਲਈ? ਇਹ ਜੀ ਦੇਖੋ, ਜਦੋਂ ਪੰਜਾਬ ਤੋਂ ਹਮੇਸ਼ਾ ਹੀ ਔਖੇ ਆ, ਪੰਜਾਬ ਤੋਂ ਤਾਂ ਹਮੇਸ਼ਾ ਹੀ ਜਿਹੜਾ ਵਾ ਨਾ ਇਹਨਾਂ ਨੂੰ RSS BJP ਨੂੰ ਆਪਾਂ ਹੁਣ ਤੇ ਚਿਹਰਾ ਨੰਗਾ ਹੀ ਹੋ ਗਿਆ, ਕੋਈ ਪਰਦੇ ਵਾਲੀ ਗੱਲ ਨਹੀਂ। ਇਹ ਆਪਣੇ ਮਨੋਂ ਇਹ ਵਿਖਾਉਣਾ ਚਾਹੁੰਦੇ ਸੀਗੇ ਤੁਸੀਂ ਇੱਥੇ ਰੈਲੀਆਂ ਕਰਦੇ ਹੋ, ਸਾਡੇ ਨਾਲ ਵੀ ਹੈਗੇ 4 ਬੰਦੇ ਤੇ ਅਸੀਂ ਵੀ ਕਰਾਂਗੇ। ਅੱਛਾ, ਹਾਂ ਉੱਥੇ ਇੱਕ ਸਾਡਾ ਮਿੱਤਰ ਹੈ ਗੁਰਿੰਦਰਜੀਤ ਸਿੰਘ ਨਾਗੀ, ਉਹ ਪਹਿਲਾਂ ਪਹੁੰਚਿਆ ਕਿਤੇ, ਬਾਅਦ ਚ ਉਹਨੇ ਦੱਸਿਆ ਵੀ ਉਹ ਕੁਦਰਤੀ ਲੰਘ ਰਿਹਾ ਸੀ, ਪਰਿਵਾਰ ਉਹਦਾ ਨਾਲ ਸੀ, ਇਹ ਸਾਰੀਆਂ ਗੱਡੀਆਂ ਇਕੱਠੀਆਂ, ਉਹ ਕੱਲਾ ਹੀ ਇੰਟਰਸੈਕਸ਼ਨ ਤੇ ਗੱਡੀ ਲਾ ਕੇ ਤੇ ਬਾਹਰ ਉਹਨੇ ਖਲੋ ਕੇ ਪੱਟਾਂ ਥਾਪੀਆਂ ਮਾਰੀਆਂ ਦਾ ਖਲੋ ਜੋ। ਕਿਸੇ ਮਾਈ ਦੇ ਲਾਲ ਨੇ ਸ਼ੀਸ਼ਾ ਥੱਲੇ ਕਰਕੇ ਇਹਨੂੰ ਹੋਏ ਨਹੀਂ ਗਿਆ ਵੀ ਤੂੰ ਕੌਣ ਹੈ ਕੁਛ ਹੈ। ਤੇ ਇੱਕ ਦਾ ਇਹਨੇ ਸ਼ੀਸ਼ਾ ਡਾਊਨ ਕਰਾਇਆ, ਕਹਿੰਦਾ ਥੱਲੇ ਕਰ, ਇਹਨੂੰ ਪੁੱਛਿਆ ਆਂਦਾ ਉਹ ਰੈਲੀ ਕਰਦੇ ਫਿਰਦੇ ਜੇ, ਤੇ ਆਂਦਾ ਉਹ ਨਾ ਕਿ ਇੰਡੀਆ ਨੇ ਵੈਕਸੀਨ ਭੇਜੀ ਹੈ ਨਾ ਕੈਨੇਡਾ ਨੂੰ ਤੇ ਤਾਂ ਕੱਢਣ ਡਏ ਆ। ਤੇ ਉਹਨੇ ਜਵਾਬ ਦਿੱਤਾ ਆਂਦਾ ਕੀ ਗੱਲ ਡੋਨੇਸ਼ਨ ਦਿੱਤੀ ਜੇ, ਪੈਸੇ ਲੈ ਕੇ ਤੇ ਵੇਸਵਾ ਵੀ ਸਰੀਰ ਵੇਚ ਦਿੰਦੀ ਹੈ ਤੇ ਪੈਸੇ ਲੈ ਕੇ ਵੈਕਸੀਨ ਭੇਜੀ, ਮਤਲਬ ਮੁੱਕਰ ਹੀ ਗਿਆ। ਜ਼ਰੂਰਤ ਤੇ ਇੰਨੀ ਕਾ ਵੀ ਤੂੰ ਜੇ ਹੈਗਾ ਤੂੰ ਯਾਰ ਕਹਿ ਨਾ ਮਾਰ ਛਾਤੀ ਦੇ ਹੱਥ, ਤੂੰ ਕਹਿ ਉਹ ਕੱਢਣ ਡਿਆ ਤੁਹਾਡੇ ਖਿਲਾਫ, ਤੁਸੀਂ ਯਾਰ ਦੇ 30-32 ਗੱਡੀਆਂ ਨੇ, 100-150 ਬੰਦਾ ਹੋਊਗਾ, ਉਹ ਕੱਲਾ ਹੈ, ਤੁਸੀਂ ਆਓ ਕਰੋ ਜਰਾ ਗੱਲ। ਅੱਛਾ ਅਮਰਤ, ਜਦੋਂ ਉਹਨਾਂ ਨੇ ਇਹ ਰੈਲੀ ਕੱਢੀ ਤੁਸੀਂ ਉਹਨਾਂ ਨੂੰ ਜਾ ਕੇ ਰੋਕਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਨਾ ਕਰੋ, ਤਾਂ ਫਿਰ ਪੁਲਿਸ ਨੇ ਕੋਈ ਐਕਸ਼ਨ ਤਾਂ ਨਹੀਂ ਲਿਆ ਵੀ ਕਿਉਂਕਿ ਇਹ ਕਹਿੰਦੀ ਹੋਵੇ ਵੀ ਇਹਨਾਂ ਦਾ ਅਧਿਕਾਰ ਹੈ ਕੱਢ ਸਕਦੇ ਆ ਤੁਸੀਂ ਨਾ ਰੋਕੋ? ਪੁਲਿਸ ਵਾਲਿਆਂ ਸਾਨੂੰ ਕਿਹਾ ਵੀ ਇਹਨਾਂ ਨੂੰ ਇੱਥੋਂ ਰੋਡ ਤੋਂ ਲੰਘਣੋਂ ਨਹੀਂ ਸੀ ਰੋਕ ਸਕਦੇ,
ਤੇ ਇਹਨਾਂ ਨੂੰ ਅਸੀਂ ਲੰਘਣ ਦੇਣਾ। ਫਿਰ ਅਸੀਂ ਉਹ ਚੀਜ਼ ਭਾਵ ਲਈ ਕਿ ਪੁਲਿਸ ਨੇ ਇਹਨਾਂ ਨੂੰ ਤਾਂ ਇੱਥੋਂ ਕੱਢਣਾ ਹੀ ਆ, ਇੱਥੇ ਰੁਕਿਆ ਨਹੀਂ ਜਾਣਾ, ਇਹਨਾਂ ਨੂੰ ਖਦੇੜੋ, ਇਹਨਾਂ ਦੀ ਰੈਲੀ ਨੂੰ ਹਾਈਜੈਕ ਕਰੋ। ਇਹ ਵੀ ਜਦੋਂ ਗਏ ਨਾ ਪਹਿਲਾਂ ਕਿਤੇ ਏਦਾਂ ਇਸ਼ਾਰੇ ਸ਼ੂਰੇ ਕਰਦੇ ਸੀ ਕਿ ਜਦੋਂ ਅਜੇ ਇਕੱਠੇ ਹੋਣ ਲੱਗੇ ਆ, ਭੁਲੇਖਾ ਸੀ ਨਾ ਇਹਨਾਂ ਨੂੰ ਅਜੇ। ਤੇ ਉਦੋਂ ਬਾਅਦ ਜਦੋਂ ਦੇ ਫਿਰ ਮੁੜ ਕੇ ਆਣ, ਇਹਨਾਂ ਨੂੰ ਜਿਵੇਂ ਆਉਂਦੇ ਨੇ ਵੀ ਲੋਕੀ ਤੇ ਏਦਾਂ ਪੈਂਦੇ ਜਿਵੇਂ ਚੋਰ ਨੂੰ ਲਿੱਤਰ ਪੈਂਦੇ ਨੇ, ਤੇ ਮੁੜ ਕੇ ਤੇ ਫਿਰ ਇਹਨਾਂ ਨੂੰ ਰਾਹ ਨਹੀਂ ਆਉਂਦਾ, ਭੱਜੀਏ ਕਿੱਧਰ ਤੇ ਜਾਈਏ ਕਿੱਧਰ। ਤੇ ਉੱਥੇ ਮੈਂ ਉਤਰਿਆ, ਜਨਤਾ ਸਾਰੇ ਮੁੰਡੇ ਮੈਨੂੰ ਕਹਿੰਦੇ ਆਂਦੇ ਹਾਂ ਵੀ ਕਰਦੀ ਹੈ ਫਿਰ ਗੱਲ। ਉਹ ਫਿਰ ਪੁਰਾਣੀ ਚੀਜ਼ ਲੈ ਕੇ ਤੁਰ ਪੈਂਦੇ ਸੁੱਖੇ ਵਾਲੀ, ਆਂਦੇ ਕਿਉਂ ਬਣਾ ਦਈਏ ਪੰਜਾਬ, ਕੱਢੀਏ ਇਹਨਾਂ ਨੂੰ ਗੱਡੀਆਂ 'ਚ ਬਾਹਰ। ਮੈਂ ਨਹੀਂ, ਆਪਾਂ ਵਾਇਲੈਂਸ ਨਹੀਂ ਕਰਨਾ ਤੇ ਵਾਇਲੈਂਟ ਨਹੀਂ ਗਾ ਹੋਣਾ, ਬਸ ਸ਼ਾਂਤੀਮਈ ਰਹਿਣਾ ਵਾ। ਉਹ ਤੇ ਹਾਂ, ਜਦੋਂ ਫਿਰ ਇਹਨਾਂ ਨੇ ਕੋਈ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਤੇ ਉਸ ਤੋਂ ਬਾਅਦ ਫਿਰ ਥੋੜਾ ਬੰਦੇ ਬਣਾਉਣੇ ਪਏ ਸਾਨੂੰ, ਬੰਦੇ ਬਣਾਉਣੇ ਪਏ। ਉਹੀ ਗੱਲਬਾਤ ਉੱਥੇ ਫਿਰ ਰਹੀ ਨਹੀਂ, ਮਤਲਬ ਜਦੋਂ ਆ ਝੰਡੇ ਲਾਏ ਤੇ ਇਹਨਾਂ ਦੇ ਉਦੋਂ ਬਾਅਦ ਦਬਕੇ ਦੁਕੇ ਮਾਰੇ ਤੇ ਉੱਥੇ ਸਾਰੇ ਮੁੰਡੇ ਫਿਰ ਤੇ ਜਿਹੜੇ ਦਬਕਿਆ ਨਾ ਸਰ ਗਿਆ ਮਾਰਨਾ, ਡਾਂਗ ਛੁੱਟਾ ਹੈਗਾ ਜੀ ਮੁੰਡਿਆਂ ਦੇ। ਆਪਾਂ ਵੀ ਇਸੇ ਚੀਜ਼ ਦੇ ਹੱਕ ਦੇ ਵਿੱਚ ਆ ਕਿ ਸ਼ਾਂਤਮਈ ਰਹਿ ਕੇ ਤੁਸੀਂ ਬਹੁਤ ਵਧੀਆ ਗੱਲ ਕੀਤੀ। ਜਿਹੜਾ ਲਾਈਟਾਂ ਤੇ ਖਲੋ ਕੇ ਇਹਨਾਂ ਸਾਰਿਆਂ ਦੀ ਗੱਡੀਆਂ ਦੇ ਕੋਲੋਂ ਅਸੀਂ ਵਾਕ ਕੀਤਾ ਵਾ। ਪਹਿਲਾਂ ਮੈਂ ਜਦੋਂ ਗਿਆ ਇਕੱਲਾ ਹੀ ਸੀ, ਨਾਲ ਮੁੰਡੇ ਜੁੜਦੇ, ਵਾਕ ਕੀਤਾ ਵਾ ਕੋਲ, ਤੇ ਕੋਈ ਨੀ ਮਾਈਦਾ ਲਾਲ ਬਾਹਰ ਆਇਆ ਬਿਲਕੁਲ। ਮਤਲਬ ਇਹਨਾਂ ਨੂੰ ਐ ਰਾਜੀ ਕਰਕੇ ਭੇਜਿਆ। ਹੁਣ ਸਾਲ 6 ਮਹੀਨੇ ਇਹਨਾਂ ਚੰਗੇ ਸੌਖੇ ਲੰਘ ਜਾਣਗੇ ਇਹਨਾਂ ਦੇ। ਤਾਂ ਮਤਲਬ ਤੁਸੀਂ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਅੰਦੋਲਨ ਚੱਲ ਰਿਹਾ, ਇੰਟਰਨੈਸ਼ਨਲ ਪੱਧਰ ਤੇ ਇਹ ਅੰਦੋਲਨ ਜਿਹੜਾ ਪਹੁੰਚ ਚੁੱਕਿਆ। ਕੋਈ ਵੀ ਜਿਹੜਾ ਵਿਅਕਤੀ ਆ ਸੰਸਾਰ ਦਾ, ਕੋਈ ਵੀ ਇਸ ਚੀਜ਼ ਤੋਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹਨੂੰ ਇਸ ਕਿਸਾਨੀ ਅੰਦੋਲਨ ਬਾਰੇ ਨੌਲੇਜ ਨਹੀਂ, ਜਾਂ ਕਿਸਾਨ ਅੰਦੋਲਨ ਦੇ ਚੱਲਣ ਬਾਰੇ ਪਤਾ ਨਹੀਂ। ਹਰੇਕ ਬੰਦੇ ਨੂੰ, ਚਾਹੇ ਉਹ ਬੱਚਾ, ਬਜ਼ੁਰਗ, ਚਾਹੇ ਕੋਈ ਵੀ ਹੈ ਕਿਸੇ ਵੀ ਦੇਸ਼ ਦਾ, ਸਭ ਨੂੰ ਇਹ ਚੀਜ਼ ਪਤਾ ਹੈ ਕਿ ਪੰਜਾਬ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ। ਤਾਂ ਅੰਦੋਲਨ ਬੜੇ ਵੱਡੇ ਪੱਧਰ ਤੇ ਚੱਲਿਆ ਗਿਆ, ਪਰ ਇੱਥੇ ਇੱਕ ਸਿਚੁਏਸ਼ਨ ਇਹੋ ਜਿਹੀ ਆਈ ਹੈ ਜਿੱਥੇ ਆਪਣੇ ਲੋਕ ਕੁਝ ਹੈਗੇ ਆ ਜਿਹੜੇ ਉਹ ਆਪਸ ਦੇ ਵਿੱਚ ਹੀ ਲੜਨ ਬਹਿ ਗਏ ਨੇ। ਲੱਖੇ ਸਿਧਾਣੇ, ਦੀਪ ਸਿੱਧੂ ਨੂੰ ਲੈ ਕੇ ਆਪਣੇ ਲੋਕ ਥੋੜੇ ਜਿਹੇ ਦੋ ਫਾੜ ਨਜ਼ਰ ਆ ਰਹੇ ਨੇ। ਕੁਝ ਲੋਕ ਕਹਿੰਦੇ ਆ ਕਿ ਦੀਪ ਸਿੱਧੂ, ਲੱਖਾ ਸਿਧਾਣਾ ਗਦਾਰ ਨੇ, ਤੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਦੀਪ ਸਿੱਧੂ ਹੁਣੀ ਸਹੀ ਬੰਦੇ ਨੇ। ਤੁਹਾਨੂੰ ਜੇਕਰ ਮੈਂ ਪੁੱਛਾਂ, NRI ਲੋਕ ਜਿਹੜੇ ਆ ਉਹ ਕੀ ਸੋਚਦੇ ਆ? ਕਿਉਂਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਦੋਂ ਆਪਾਂ ਇਹ ਚੀਜ਼ਾਂ ਸੋਚਦੇ ਸੀ ਕਿ ਭਾਈ ਮੋਦੀ ਨੇ ਇੱਕ ਗੱਲ ਤਾਂ ਚਲੋ ਵਧੀਆ ਕਰਤੀ ਹੈ, ਕਾਨੂੰਨ ਬਣਾ ਕੇ ਪਿੰਡਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀਗਾ ਉਹ ਬਣ ਗਿਆ। ਕੋਈ ਜਾਤ ਦੀ ਗੱਲ ਨਹੀਂ ਸੀ, ਕੋਈ ਕਿਸੇ ਧਰਮ ਦੀ ਗੱਲ ਨਹੀਂ ਸੀ, ਸਾਰੇ ਲੋਕ ਇਕੱਠੇ ਸੀ। ਪਰ ਇਸ ਪੱਧਰ ਤੇ ਜਾ ਕੇ ਆਪਸ ਦੇ ਵਿੱਚ ਹੀ ਇਸ ਤਰੀਕੇ ਦੇ ਨਾਲ ਫਟ ਜਾਣਾ ਆਪਣੇ ਲੋਕਾਂ ਦੇ ਵੱਲੋਂ, ਤਾਂ ਆਪਣੇ ਜਿਹੜੇ ਬਾਹਰ ਬੈਠੇ NRI ਵੀਰ ਨੇ, NRI ਲੋਕ ਨੇ ਜਿਹੜੇ ਇੰਨੀ ਮਦਦ ਕਰ ਰਹੇ ਆ ਇਸ ਅੰਦੋਲਨ ਦੇ ਵਿੱਚ, ਉਹ ਲੋਕ ਕੀ ਸੋਚਦੇ ਆ? ਵੇਖੋ, ਮੈਂ ਪਹਿਲਾਂ ਤੇ ਉਹਨਾਂ ਵੀਰਾਂ ਦੀ ਗੱਲ ਕਰਾਂਗਾ ਜਿਹੜੇ ਕਹਿੰਦੇ ਨੇ ਵੀ ਗਦਾਰ ਨੇ। ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਸਾਰਾ ਸਾਲ ਆਪਾਂ ਪੜ੍ਹਾਈ ਨਾ ਕੀਤੀ ਹੋਵੇ ਨਾ, ਤੇ ਅਖੀਰ ਤੇ ਐਗਜ਼ਾਮ ਦੇ ਨੇੜੇ ਜਾ ਕੇ ਜਦੋਂ ਆਪਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਪਰਚੀਆਂ ਬਣਾਈਏ, ਕੀ ਕਰੀਏ, ਇਹ ਕਰੀਏ, ਫਲਾਣੇ ਨੂੰ ਗੰਢ ਗੰਢੌਲੀ ਕਰੀਏ, ਮੈਨੂੰ ਪੇਪਰ ਵਿਖਾ ਦੇਗਾ ਯਾਰ, ਉਹ ਕਾਰਨ ਦਾ ਨਲਾਇਕੀ ਹੁੰਦੀ ਹੈ। ਸਾਰਾ ਸਾਲ ਪੜ੍ਹੇ ਨਹੀਂ। ਹੁਣ ਏਦਾਂ ਇਤਿਹਾਸ ਨਹੀਂ ਪੜ੍ਹਿਆ ਆਪਾਂ ਪਹਿਲਾਂ 20 25 30 ਸਾਲਾਂ ਤੋਂ, ਕਦੀ ਵੀ ਨਹੀਂ ਪੜ੍ਹਿਆ, ਕਿਤਾਬ ਨੂੰ ਤੇ ਹੱਥ ਹੀ ਨਹੀਂ ਲਾਇਆ। ਹੁਣ ਆਪਾਂ ਨੂੰ ਸਮਝ ਨਹੀਂ ਲੱਗ ਰਹੀ। ਜਦੋਂ ਇਤਿਹਾਸ ਪੜ੍ਹਿਆ ਹੁੰਦਾ ਹੈ, ਆਉਣ ਵਾਲੀਆਂ ਜਾਂ ਵਾਪਰ ਰਹੀਆਂ ਪੋਲੀਟੀਕਲ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਆ ਜਾਂਦਾ, ਉਹਨਾਂ ਨੂੰ ਸਮਝਣਾ ਆ ਜਾਂਦਾ। ਹੁਣ ਉਹ ਸਮਝ ਦੀ ਜਿਹੜੀ ਹੈ ਨਾ, ਉਹ ਸਮਝ ਗੈਪ ਆ। ਸਮਝ ਕਿਉਂ ਗੈਪ ਆ? ਕਿਉਂਕਿ ਤਿਆਰੀ ਨਹੀਂ ਕੀਤੀ। ਬਾਕੀ ਜਿਹੜੀ ਗੱਲ ਬਾਹਰ ਦੀ, ਔਰ ਬਹੁਤ ਥੋੜਾ ਛੋਟਾ ਜਿਹਾ ਸੈਕਸ਼ਨ ਆ ਇਹੋ ਜਿਹੇ ਵੀਰਾਂ ਦਾ, ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਥੋੜਾ ਇਸ ਚੀਜ਼ ਨੂੰ ਵਾਚਿਆ ਕਰੋ। ਕੋਈ ਵੀ ਮਤਲਬ ਜਿਹੜੀ ਇੱਕ ਆਪਾਂ ਰਬੜ ਦੀ ਸਟੈਂਪ ਰੱਖੀ ਹੈ ਨਾ ਉੱਥੋਂ, ਕਿ ਆ ਵੀ RSS, ਆ ਵੀ ਗਦਾਰ, ਆ ਵੀ RS, ਆ ਵੀ ਏਜੰਸੀ। ਮੈਂ ਦੀਪ ਸਿੱਧੂ ਦੇ ਹੱਕ 'ਚ ਪਾਇਆ, ਮੈਨੂੰ ਵੀ ਕਹਿਣ ਲੱਗ ਪਈ ਏਜੰਸੀ। ਮੈਂ ਕਿਹਾ ਅੱਛਾ ਜੀ, ਕਰ ਏਡੀ ਛੇਤੀ ਕਰ ਲੈਂਦੇ ਏਜੰਸੀ ਨਾਲ ਸੰਪਰਕ, ਫਿਰ ਕਰਾ ਦਿਓ ਮੇਰੀ ਗੱਲ। ਜੇ ਏਜੰਸੀ ਨੇ ਕਹਿਣਾ ਸਾਨੂੰ ਕੋਈ, ਮੈਂ 40-50 ਮਿਲੀਅਨ, ਮੈਂ ਵੀ 100-50 ਮਿਲੀਅਨ ਲੈ ਲੈਣਾ ਜੇ ਦਿੰਦੇ ਨੇ ਤੇ। ਸੋ ਇਹ ਸਟੈਂਪਾਂ ਜਿਹੜੀਆਂ ਨਾ ਆਪਾਂ ਤੋੜ ਕੇ ਤੇ ਘੁਮਾ ਕੇ ਮਾਰੀਏ ਨਹਿਰ ਦੇ ਵਿੱਚ, ਜੇ ਕੁਝ ਬਣਾਉਣਾ ਹੈ। ਜਿੱਦਣ ਆਪਾਂ ਦੂਸ਼ਣਬਾਜ਼ੀ ਤੋਂ ਰਹਿਤ ਹੋ ਗਏ, ਜਿੱਦਣ ਦੂਸ਼ਣਬਾਜ਼ੀ ਤੋਂ ਆਪਾਂ ਰਹਿਤ ਹੋ ਗਏ ਨਾ, ਉਦਣ ਜੋ ਚਾਹਾਂਗੇ ਉਹ ਮਿਲ ਜਾਏਗਾ। ਹੱਥ ਜੋੜ ਕੇ, ਗੋਡੇ ਟੇਕ ਕੇ, ਨਕੀਰਾਂ ਕੱਢ ਕੇ ਦੇਣਗੀਆਂ ਸਰਕਾਰਾਂ। ਪਰ ਆਪਾਂ ਨੂੰ ਦੂਸ਼ਣਬਾਜ਼ੀ ਤੋਂ ਵੇਲ ਨੀਗਾ। ਹੁਣ ਗੱਲ ਜੇ ਲੱਖੇ ਵੀਰ ਹੋਰਾਂ ਦੀ ਜਾਂ ਦੀਪ ਸਿੱਧੂ ਹੋਰਾਂ ਦੀ ਕਰੀਏ, ਮੈਨੂੰ ਦੱਸੋ ਗਦਾਰੀ ਕਰਕੇ ਮਤਲਬ ਕੀ ਚਾਹੀਦਾ? ਬੰਦਾ ਗਦਾਰੀ ਕਦੇ ਪੈਸੇ ਨਹੀਂ ਕਰ ਸਕਦਾ ਮੇਰੇ ਖਿਆਲ, ਜੋ ਮੇਰੇ ਸਮਝ ਆਉਂਦਾ ਹੈ। ਉਹ ਦੀਪ ਕੋਲੋਂ ਪਹਿਲਾਂ ਘੱਟ ਸੀ, ਮੰਗ ਕੇ ਖਾਂਦਾ ਸੀ ਰੋਟੀ ਇਹਨਾਂ ਕੋਲੋਂ, ਜਿਹੜੇ ਆਂਦੇ ਗਦਾਰ ਠੀਕ ਠਾਕ ਪਰਿਵਾਰ ਤੋਂ ਬਿਲੋਂਗ ਕਰਦਾ। ਤੇ ਇਹ ਤਾਂ ਇੱਕ ਦੀ ਚੀਜ਼ ਬਣਾ ਲਈ ਹੋਈ ਆ, ਜਿਹੜਾ ਹਾ ਦਾ ਨਾਰਾ ਮਾਗੂਗਾ ਹੱਕ ਦੇ ਵਿੱਚ, ਉਹਨੂੰ ਗਦਾਰ ਹੀ ਕਹਿਣਾ। ਹੁਣ ਵਿਦੇਸ਼ੀਆਂ ਨੂੰ, ਸਾਨੂੰ ਜਾਂ ਹੋਰ ਬਹੁਤ ਸਾਰਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਬਾਹਰ ਬੈਠੇ ਕਰਦੇ ਹੋ, ਫਲਾਣਾ ਕਰਦੇ ਹੋ। ਪਹਿਲੀ ਤੇ ਗੱਲ ਮੈਂ ਇਹਨਾਂ ਸਾਰਿਆਂ ਨੂੰ ਕਲੀਅਰ ਕਰਦੇ ਆ ਜਿਹੜੇ ਕਹਿੰਦੇ ਆ ਨਾ ਵੀ ਤੁਸੀਂ ਬਾਹਰ ਬੈਠੇ ਗੱਲ ਕਰਦੇ ਹੋ,
20-22 ਸਾਲ ਇਸੇ ਪੰਜਾਬ ਇਸੇ ਹਿੰਦੁਸਤਾਨ ਚ ਰਹਿ ਕੇ ਇਹੀ ਕੰਮ ਮੈਂ ਕਰਦਾ ਗਿਆ ਵਾਂ। ਤੁਸੀਂ ਲੱਗਾ ਮੂੰਹ ਨਿਕਲਣ ਮੇਰਾ ਕਿੰਨਾ ਰੁੱਟ ਲਿਆ, ਠੀਕ ਹੈ ਨਾ। ਕੀ ਕਰ ਲਿਆ ਇੱਥੇ ਰਹਿ ਕੇ ਬੋਲਦਾ ਗਿਆ ਇਸੇ ਪੰਜਾਬ 'ਚ, ਔਰ ਇਸੇ ਤੇਵਰ ਦੇ ਨਾਲ ਏਦਾਂ ਹੀ ਬੋਲਦਾ ਗਿਆ ਵਾ। ਤੇ ਜਿਹੜੇ ਬਾਹਰ ਅਸੀਂ ਬੈਠੇ ਆ ਨਾ, ਇੱਥੇ ਏਦਾਂ ਹੀ ਬੋਲਦੇ ਗਏ ਆ ਇਸੇ ਹਿੰਦੁਸਤਾਨ। ਉੱਥੇ ਤੁਸੀਂ ਕਰ ਲਿਆ, ਔਰ ਬਾਹਰ ਬੈਠੇ ਤਾਂ ਬੋਲਦੇ ਆ। ਸਾਨੂੰ ਬਾਹਰ ਬੈਠਿਆਂ ਦੁੱਖ ਦਿਸਦਾ ਪੰਜਾਬ ਵਾਲੇ। ਤੁਸੀਂ ਬੈਠੇ ਉੱਤੇ ਟੀਸੀ ਤੇ, ਜਿਹੜਾ ਬੰਦਾ ਟੀਸੀ ਦੇ ਤੱਕ ਚੜਿਆ ਹੁੰਦਾ, ਉਹ ਥੱਲੇ ਗਲੀਆਂ ਦੇ ਵਿੱਚ ਮਹੱਲੇ ਦਾ ਪਿੰਡ ਦਾ ਸਾਰਾ ਹਾਲ ਦਿਸਦਾ ਹੁੰਦਾ। ਸਾਨੂੰ ਉਹ ਗੁਰਬਤ ਦਾ ਜੀਵਨ ਬਤੀਤ ਕਰਦੇ ਸਾਡੇ ਭਰਾ ਦਿਸਦੇ ਨੇ, ਅਸੀਂ ਤਾਂ ਬੋਲਦੇ ਆ। ਤੇ ਨਾ ਤੇ ਕਿਸੇ ਦੇ ਡੱਕਿਆਂ ਰੁਕੇ ਆ, ਤੇ ਨਾ ਹੀ ਕਿਸੇ ਦੇ ਡੱਕਿਆਂ ਰੁਕਾਂਗੇ ਗਾਂ ਵੀ। ਬਿਲਕੁਲ ਹਿੱਕ ਡਰਾ ਕੇ ਏਦਾਂ ਹੀ ਤੁਰਾਂਗੇ ਨਾਲ ਹਮੇਸ਼ਾ ਪੰਜਾਬ ਦੇ, ਜਦੋਂ ਤੱਕ ਜਿਹੜੇ ਹੱਕ ਮਿਲ ਨਹੀਂ ਜਾਂਦੇ। ਜਿਹੜੀ ਤੁਸੀਂ ਸਵਾਲ ਸੀ, ਆਪਾਂ ਥੋੜਾ ਚਲੇ ਗਏ ਟੌਪਿਕ ਤੋਂ। ਲੱਖੇ ਹੋਰਾਂ ਦਾ, ਦੀਪ ਸਿੱਧੂ ਹੋਰਾਂ ਦਾ, ਬਾਈ ਹੋਰਾਂ ਦਾ, ਉਹਨਾਂ ਦਾ ਆਪਸ ਚ ਮਤਭੇਦ ਕੋਈ ਨਹੀਂ ਗਾ। ਲੋਕਾਂ ਨੇ ਉਹਨਾਂ ਨੂੰ ਲੈ ਕੇ ਬਣਾ ਲਿਆ ਹੋਇਆ ਵਾ। ਉਹਨਾਂ ਨੂੰ ਮੈਂ ਬੇਨਤੀ ਕਰੂੰਗਾ, ਇਤਿਹਾਸ ਨੂੰ ਵਾਚਿਆ ਕਰੋ, ਮੋਹਰਾਂ ਆਪਣੀਆਂ ਤਰੋੜ ਕੇ ਸੁੱਟੋ। ਸੁਣੋ, ਆਪਾਂ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ, ਆਪਾਂ ਜਥੇਦਾਰ ਨੂੰ ਜਥੇਦਾਰ ਮੰਨਣ ਨੂੰ ਤਿਆਰ ਨਹੀਂ। ਕਮਾਲ ਹੋ ਗਈ ਆਪਣੀ। ਔਰ ਜਿਨ੍ਹਾਂ ਨੂੰ ਮੰਨਿਆ ਉਹਨਾਂ ਨੇ ਤੁਹਾਡੇ ਸਾਹਮਣੇ ਮੋਰਚਾ ਵੇਚਣ ਤੱਕ ਗਏ ਨੇ ਕਿ ਨਹੀਂ? ਸ਼ਹੀਦ ਨਵਰੀਤ ਸਿੰਘ ਉਸੇ ਰੂਟ ਤੇ ਸ਼ਹੀਦ ਹੋਇਆ ਜਿਹੜਾ ਸੰਯੁਕਤ ਮੋਰਚੇ ਸਟੇਜ ਤੋਂ ਦਿੱਤਾ ਗਿਆ ਸੀ। ਉਸੇ ਮੋਰਚੇ ਉਸੇ ਰੂਟ ਤੇ ਜਾ ਕੇ ਸ਼ਹੀਦ ਹੋਇਆ ਨਾ। ਨਹੀਂ, ਉਹ ਦੱਸਿਆ ਜਾ ਰਿਹਾ ਕਿ ਉਹ ਹੋਰ ਰਸਤੇ ਤੋਂ ਚਲਾ ਗਿਆ ਸੀ। ਨਹੀਂ, ਇਹ ਇਹਨਾਂ ਨੇ ਬਣਾਈ ਇਹ ਗੱਲ, ਇਹ ਬਣਾ ਲੈਂਦੇ ਆ ਗੱਲ। ਜਥੇਦਾਰ ਹਰਦੀਪ ਸਿੰਘ ਡਿਬਡਿਬਾ ਹੋਰਾਂ ਨੇ ਇਹਨਾਂ ਨੂੰ ਕਾਲ ਕੀਤੀ ਹੈ, ਸੰਯੁਕਤ ਮੋਰਚੇ ਵਾਲਿਆਂ ਨੂੰ, ਵੀ ਬਈ ਮੇਰਾ ਪੋਤਰਾ ਸੀ ਜਿਹੜਾ ਸ਼ਹੀਦ ਹੋ ਗਿਆ, ਹੁਣ ਉਹ ਤੁਹਾਡਾ ਸ਼ਹੀਦ ਹੈ, ਕਿਵੇਂ ਕੀ ਕਾਰਵਾਈ ਕਰਨੀ ਹੈ? ਪੋਸਟਮਾਰਟਮ ਕਰਨਾ ਹੈ, 100 ਗੱਲ ਉਹਦੇ ਵਿੱਚ ਪੋਲੀਟੀਕਲੀ ਦੇਖਣਾ ਕਿ ਕਿੱਥੇ ਗਲਤ ਨਾ ਕੋਈ ਲਿਖਾ ਦੇਵੇ। ਗੋਲੀ ਵੱਜੀ ਹੈ, ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਟਰੈਕਟਰ ਪਲਟਣ ਦੇ ਨਾਲ, ਹਾਲਾਂਕਿ ਗੋਲੀ ਵੱਜਣ ਤੋਂ ਬਾਅਦ ਟਰੈਕਟਰ ਪਲਟਿਆ। ਇਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ ਸੀ ਉਦੋਂ। ਤੇ ਪੱਟਾਂ ਦੇ ਥਾਪੀਆਂ ਦੇ ਮਾਰਦੇ ਸੀ, ਓਏ ਦਿੱਲੀ ਦੀ ਇੱਕ ਦੇ ਚੜ ਜਾਾਂਗੇ, ਇਸ ਤਰ੍ਹਾਂ ਕਰ ਦਿਆਂਗੇ, ਝੰਡੇ ਚਲਾ ਦਿਆਂਗੇ, ਟਰੈਕਟਰ ਲੈ ਆਓ ਜੇ, ਫਲਾਣਾ ਕਰ ਦਿਆਂਗੇ। ਹੁਣ ਚੱਡਿਆਂ 'ਚ ਪੂਛਾਂ ਲੈ ਕੇ ਭੱਜੇ ਗਿਆ ਹੋਏ। ਫਿਰ ਜੇ ਇੰਨੇ ਚੁੰਗੇ ਹਨ ਡੋਕੇ ਮਈਆ ਦੇ, ਆਉਂਦੇ ਆ ਮੈਦਾਨ ਦੇ ਵਿੱਚ ਫਿਰ ਉਦਣ। ਸੋ ਇਹਨਾਂ ਦੇ ਕੋਲੋਂ ਇਹੀ ਉਮੀਦ ਸੀ, ਇਹੀ ਮੈਨੂੰ ਤਾਂ ਸ਼ੁਰੂ ਤੋਂ ਇਹੀ ਉਮੀਦ ਸੀ, ਪਰ ਕਦੀ ਬੋਲੇ ਨਹੀਂ ਸੀ। ਸਿਰਫ ਪੰਜਾਬ ਦੇ ਹੱਕਾਂ ਕਰਕੇ ਇੱਕ ਕਰਕੇ ਚੁੱਪ ਸੀ। ਪਰ ਸਾਡੀ ਚੁੱਪ ਦਾ ਇਹ ਨਹੀਂ ਸੀ ਮਤਲਬ ਅਸੀਂ ਬੇਵਕੂਫ ਨਹੀਂ ਸੀ, ਸਾਨੂੰ ਪਤਾ ਸੀ। ਇਹ ਸ਼ੁਰੂ ਤੋਂ ਹੀ ਏਦਾਂ ਹੀ ਤਾਰ ਪੀੜੋ ਕਰਦੇ ਰਹੇ ਆ। ਇਹ ਮੋਰਚਾ ਲਾਉਣ ਨਹੀਂ ਸੀ ਗਏ, ਤੁਹਾਡੇ ਕਹਿਣ ਦਾ ਭਾਵ ਮੋਰਚਾ ਮੁੱਲ ਪਾਉਣ ਗਏ ਸੀ ਕਿ ਵੇਖਦੇ ਆ ਕੀ ਕਿੰਨੇ ਕੁ ਪੈਸੇ ਮਿਲਦੇ ਨੇ ਸਾਨੂੰ, ਉਹਨਾਂ ਨੂੰ ਲੈ ਲੈਂਦੇ ਆ। ਤੁਹਾਡੇ ਕਹਿਣ ਦਾ ਭਾਵ ਇਹ ਸਾਰੀ ਸਾਜ਼ਿਸ਼ ਹੈ, ਇੱਕ ਤਾਰੋ ਪੀੜ ਕਰਨ ਦੀ, ਆਪਣੇ ਸੰਘਰਸ਼ ਨੂੰ ਇਸ ਤਰੀਕੇ ਦੇ ਨਾਲ ਕਰ ਰਹੀ। ਬਿਲਕੁਲ ਸਿਆਸਤ ਹੈ ਇਹਨਾਂ ਦੀ, ਬਿਲਕੁਲ। ਔਰ ਸਾਰੇ ਨਹੀਂ, ਹੁਣ ਕੁਛ ਵਿੱਚ ਜਥੇਬੰਦੀਆਂ ਚੰਗੀਆਂ ਵੀ ਨੇ, ਇਹ 26-27 ਜਣੇ ਨੇ ਜਿਹੜੇ ਗਦਾਰ ਨੇ, ਵਿੱਚ 5-4 ਬੰਦੇ ਚੰਗੇ ਵੀ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ। ਤਾਂ ਹੁਣ ਜੇਕਰ ਆਪਾਂ ਗੱਲਬਾਤ ਕਰੀਏ, ਜਿਸ ਤਰੀਕੇ ਦੇ ਨਾਲ ਤੁਹਾਡਾ ਵੀ ਪਿਛੋਕੜ ਜਿਹੜਾ ਸੁੱਖੇ ਕਾਲੋਂ ਦੇ ਨਾਲ ਬੀਤਿਆ, ਅੱਜ ਵੀ ਜਿਹੜਾ ਹੈਗਾ ਤੁਸੀਂ ਬਹੁਤ ਚੰਗੇ ਸਾਥੀ ਹੋ ਦਲਜੀਤ ਭਾਨੇ ਦੇ, ਲਾਰੈਂਸ ਬਿਸ਼ਨੋਈ ਦੇ। ਤਾਂ ਹੁਣ ਤੁਸੀਂ ਸਾਰਾ ਕੁਝ ਛੱਡ ਛਡਾ ਕੇ ਜਿਹੜਾ ਹੈਗਾ, ਤੁਸੀਂ ਬੇਸ਼ੱਕ ਦੋਸਤੀ ਰੱਖੀ ਆ, ਪਰ ਸਾਰਾ ਕੁਝ ਛੱਡ ਛਡਾ ਕੇ ਗਾਇਕੀ ਵਾਲੇ ਪਾਸੇ ਨੂੰ ਗਏ ਹੋ, ਕੁਝ ਚੰਗੇ ਕੰਮ ਕਰਨ ਵਾਲੇ ਪਾਸੇ ਨੂੰ ਗਏ ਹੋ, ਸੋਸ਼ਲ ਵਰਕਰ ਦੇ ਤੌਰ ਤੇ ਵਿਚ ਰਹੇ ਹੋ ਕੈਨੇਡਾ ਦੇ ਵਿੱਚ। ਤਾਂ ਕਿਵੇਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਇਲਜ਼ਾਮ ਲੱਖੇ ਸਿਧਾਣੇ ਤੇ ਲਗਾਏ ਜਾਂਦੇ ਆ ਕੁਝ ਲੋਕਾਂ ਦੇ ਵੱਲੋਂ ਕਿ ਇਹ ਸੁਧਰ ਹੀ ਨਹੀਂ ਸਕਦਾ, ਜਿਹੜਾ ਗੈਂਗਸਟਰ ਆ, ਜਿਹੜਾ ਮਾੜਾ ਬੰਦਾ, ਉਹਨੇ ਮਾੜਾ ਹੀ ਰਹਿਣਾ ਹੈ? ਤੁਸੀਂ ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਸੁਧਰਿਆ ਹੋਇਆ ਦੇਖ ਰਹੇ ਹਾਂ, ਲੱਖੇ ਸਿਧਾਣੇ ਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਨੇ, ਕਹਿੰਦੇ ਕਿ ਬਹੁਤ ਚੰਗੇ ਹੋਣੇ ਕੰਮ ਕਰ ਰਿਹਾ, ਪਰ ਕੁਝ ਲੋਕਾਂ ਦਾ ਇਹ ਮੰਨਣਾ ਵੀ ਜਿਹੜਾ ਮਾੜਾ ਬੰਦਾ ਉਹ ਮਾੜਾ ਹੀ ਰਹਿੰਦਾ, ਕਦੇ ਸੁਧਰਦਾ ਨਹੀਂ। ਬਾਬਾ ਬਿਧੀ ਚੰਦ ਕੀ ਸੀ? ਉਹ ਕਿਹੜੇ ਕੰਮਾਂ 'ਚ ਆ ਕੇ ਗੁਰੂ ਦੀ ਸੰਗਤ, ਗੁਰੂ ਸਾਹਿਬ ਦੇ ਬਚਨ ਸੁਣੇ ਤੇ ਉਹਦਾ ਮਨ ਪਲਟ ਗਿਆ? ਮੈਂ ਤੁਲਨਾ ਨਹੀਂ ਕਰਦਾ ਲੱਖੇ ਸਿਧਾਣੇ ਦੀ ਬਾਬੇ ਬਿਧੀ ਚੰਦ ਨਾਲ, ਜਾਂ ਆਪਣੀ ਜਾਂ ਕਿਸੇ ਦੀ, ਪਰ ਇਹ ਸਮਾਂ ਹੁੰਦਾ ਹੈ ਕਿ ਜਦੋਂ ਚੇਂਜ ਆਉਂਦੀ ਹੈ। ਦੇਖੋ, ਪਸ਼ੂ ਤੇ ਪਾਗਲ, ਦੋ ਬੰਦੇ ਆਪਣੇ ਵਿਚਾਰ ਕਦੀ ਨਹੀਂ ਬਦਲਦੇ। ਬੰਦਾ ਸਹੀ ਔਰ ਗਲਤ ਦੀ ਪਛਾਣ ਹੋਣ ਤੋਂ ਬਾਅਦ ਵਿਚਾਰ ਬਦਲ ਲੈਂਦਾ। ਦੂਸਰੀ ਗੱਲ ਜਿਹੜੀ ਗੈਂਗਸਟਰ ਜੀਵਨ ਦੀ ਆ, ਗੈਂਗਸਟਰ ਕੋਈ ਬਾਈ ਚੋਇਸ ਨਹੀਂ ਬਣਦਾ। ਵਕੀਲ ਬਣਦੇ ਨੇ ਬਾਈ ਚੋਇਸ, ਤੁਸੀਂ ਜਰਨਲਿਜ਼ਮ 'ਚ ਆਏ ਹੋ, ਬਾਈ ਚੋਇਸ ਆਏ ਹੋ, ਬਿਲਕੁਲ ਠੀਕ ਹੈ। ਕੋਈ ਡਾਕਟਰ ਬਣਦਾ ਬਾਈ ਚੋਇਸ। ਗੈਂਗਸਟਰ ਜਿਹੜਾ ਇਹ ਹਾਲਾਤਾਂ ਦੀ ਦੇਣ ਹੁੰਦਾ, ਚੋਇਸ ਨਹੀਂ ਹੁੰਦੀ। ਡਿਗਰੀ ਥੋੜੀ ਵੀ ਮੈਂ ਕਿੱਥੇ ਪੜ੍ਹਦਾ, ਖਾਲਸਾ ਵਾਲੇ ਪੜ੍ਹਦਾ, ਕੀ ਡਿਗਰੀ ਕਰਨਾ, ਕੋਈ ਮਾਸ਼ੀ ਦੀ ਕਰਦਾ, ਕਦੀ ਸੁਣਿਆ? ਇਹ ਹਾਲਾਤ ਨੇ, ਹਾਲਾਤ। ਸੋ ਬਾਕੀ ਗੱਲ ਆ, ਜੇ ਉਹ ਚੀਜ਼ਾਂ ਛੱਡ ਕੇ ਬੰਦਾ ਸਹੀ ਪਾਸੇ, ਤੁਸੀਂ ਅੱਜ ਵੇਖੋ ਸੇਵਾ, ਅੱਜ ਸੇਵਾ ਕੀ ਹੈ, ਅੱਜ ਦੀ ਸੇਵਾ ਕੀ ਹੈ? ਜਿਹੜੇ ਅੱਛਾ
ਜਿਹੜੇ ਤੁਹਾਡੇ ਕੋਲ ਵੋਟਾਂ ਲੈ ਕੇ ਮੰਗ ਕੇ ਅਮਿਤ ਸ਼ਾਹ ਵਰਗੇ ਮੋਦੀ ਵਰਗੇ ਬਦਮਾਸ਼ ਬਣੇ ਨੇ ਉਹਨਾਂ ਨੂੰ ਆਪਾਂ ਆਪ ਬਣਾਇਆ। ਉਹਨਾਂ ਦੇ ਹੱਕ 'ਚ ਅਜੇ ਵੀ ਆ ਬਰੈਂਪਟਨ ਦੇ ਵਿੱਚ ਪੰਜ ਸੱਤ ਬੰਦੇ ਜਿਹੜੇ ਨੇ ਕਰਦੇ ਫਿਰਦੇ ਨੇ ਝੰਡੀਆਂ ਜਿਹੀਆਂ ਲਾ ਕੇ ਉਹਨਾਂ ਦੇ ਹੱਥ 'ਚ ਤੁਰੇ ਫਿਰਦੇ ਆ। ਤੇ ਹਾਲਾਂਕਿ ਸਿੱਧਾ ਉਹ ਮਾਰੂ ਨੀਤੀਆਂ ਘਾਣ ਕਰ ਰਹੇ ਹਿਊਮੈਨਿਟੀ ਦਾ ਪੰਜਾਬ ਦਾ, ਤੇ ਲੱਖੇ ਹੋਰਾਂ ਨੇ ਤਾਂ ਮੇਰੇ ਖਿਆਲ ਐਸਾ ਕੋਈ ਨਹੀਂ ਕੀਤਾ। ਬਿਲਕੁਲ। ਬਾਕੀ ਇੱਕ ਗੱਲ ਮੈਂ ਹੋਰ ਦੱਸਾਂ, ਕਲਾਕਾਰ ਆਏ ਜੇ ਬੜੇ, ਤੇ ਕਲਾਕਾਰ ਬੜੇ ਆਏ ਤੇ ਬੜੇ ਗਏ ਇਸ ਮੋਰਚੇ ਦੇ ਵਿੱਚ। ਪੇਚਾ ਪਈ ਗਿਆ ਸੈਂਟਰ ਦੇ ਨਾਲ ਤੇ ਭੱਜੇ ਕਿ ਮੈਂ ਫਿਰ ਐਨ ਦੂਜੇ ਪਾਸੇ ਜਿਵੇਂ ਕਾਂਗ ਲੈ ਲਓ ਜਾਂਦਾ ਜਦੋਂ ਪੇਚਾ ਪਿਆ। ਬੰਦਾ ਇੱਕੋ ਹੀ ਜਿਹੜਾ ਕਲਾਕਾਰ ਜੋ ਨਿਤਰਿਆ ਉਹ ਆ ਜੋਰਾ ਦੀਪ ਸਿੱਧੂ, ਜੋ ਫਿਲਮ 'ਚ ਆ ਉਹੀ ਆ। ਮਤਲਬ ਝੂਠਾ ਕਿਰਦਾਰ ਨਹੀਂ ਵੀ ਹਾਂ ਵੀ ਗੋਲੀ ਕਦੀ ਮਾਰੀ ਨੀ, ਚਲਾ ਕੇ ਨੀ ਵੇਖੀ ਹਵਾ ਦੇ ਵਿੱਚ ਤੇ ਤਿੜਾਂ ਇੰਝ ਗਾਣਿਆਂ ਦੇ ਵਿੱਚ ਤੇ ਫਲਾਣਾ ਕਰਦੇ ਇੰਝ ਕਰਦੇ ਨਾ। ਜੋ ਫਿਲਮ 'ਚ ਸੀਗਾ ਅਸਲ ਦੇ ਵਿੱਚ ਉਦੋਂ ਜ਼ਿਆਦਾ ਸਟਰੋਂਗ ਹੀ ਲੋਕ ਘਵੇਂਗਾ ਹੀ ਗਿਆ ਹੋਊਗਾ, ਘੱਟ ਨਹੀਂ। ਬਾਕੀ ਬੜੇ ਆਏ, ਬਹੁਤੇ ਕਲਾਕਾਰ ਜਿਹੜੇ ਆਏ ਸੀ ਨਾ ਕਾਫੀ, ਮੇਰਾ ਤਾਂ ਖੈਰ ਨਾਲ ਬਹੁਤਾ ਕੋਈ ਸੰਬੰਧ ਨਹੀਂ ਹੈਗਾ ਕਿਉਂਕਿ ਇਹਨਾਂ ਦੀ ਮੱਤ ਜਿਹੜੀ ਵਿਚਾਰਿਆਂ ਦੀ, ਤੇ ਉਹ ਆਏ ਸੀਗੇ ਵੀ ਥੋੜਾ ਜਿਹਾ ਕਿ 2-4 ਮਹੀਨੇ ਚੱਲਣਾ ਵਾ ਸੰਘਰਸ਼, ਠੰਡਾ ਮਿੱਠਾ ਜਿਹਾ ਪੰਜਾਬ ਦੇ ਪਹਿਲਾਂ ਖਤਮ ਹੋਏ ਸੰਘਰਸ਼ਾਂ ਨੂੰ ਖਤਮ ਹੋ ਜਾਣਾ, ਤੇ ਆਪਾਂ ਇਹਦਾ ਆਪਣੀ ਫੇਸ ਵੈਲਿਊ ਵਧਾ ਕੇ ਕੋਈ 20-25 ਹਜ਼ਾਰ ਆਪਣਾ ਸ਼ੋਅ ਦਾ ਰੇਟ ਵਧਾ ਲਾਂਗੇ। ਉਹਨਾਂ ਨੂੰ ਪਤਾ ਨਹੀਂ ਸੀਗਾ। ਹੁਣ ਮੈਂ ਇੱਕ ਦਿਨ ਵੇਖਦਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਦੀਪ ਸਿੱਧੂ ਬਹੁਤ ਡੂੰਘੀਆਂ ਗੱਲਾਂ ਕਰ ਰਿਹਾ ਤੇ ਉਹ ਨੇੜੇ ਬੈਠੇ ਸੀ 2-3 ਕਲਾਕਾਰ ਵਿਚਾਰੇ। ਹੁਣ ਉਹਨਾਂ ਨੂੰ ਉਹਨੇ ਕੀ ਪਤਾ ਹੁੰਦਾ, ਮਾਤੋਂ ਨਹੀਂ ਹੁੰਦੀ ਨਾ ਵਿਚਾਰਿਆਂ ਦੀ, ਤੇ ਉਹ ਡੇ ਕਰਨ ਇਹ ਨਾ ਨਹੀਂ ਆਪਾਂ ਵੀ ਕਿਸਾਨੀ ਲਈ ਇਕੱਠੇ ਹੋਏ ਆ, ਆਪਾਂ ਵੀ ਕਿਸਾਨੀ ਲਈ ਇਕੱਠੇ। ਉਹ ਵੱਡੇ ਮੁੱਦੇ ਦੀ ਗੱਲ ਕਰ ਰਿਹਾ ਕਿ ਕਿਸਾਨੀ ਦੇ ਨਾਲ ਨਾਲ ਤੁਹਾਡਾ ਸਭ ਕੁਝ ਸੁਧਾਰਨਾ ਹੈ, ਕਿਸਾਨੀ ਦੇ ਨਾਲ ਨਾਲ ਆਪਣਾ ਪਾਣੀ ਬਚਾਉਣਾ, ਆਪਣੀ ਨੌਜਵਾਨੀ ਬਚਾਉਣੀ ਹੈ, ਆਪਣੇ ਕਾਰੋਬਾਰ ਬਚਾਉਣੇ ਨੇ। ਬਟ ਉਹ ਉਦੋਂ ਅੱਗੇ ਨਹੀਂ ਸੀ ਵਧ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਉਹ ਸੋਚ ਨਹੀਂ ਉਦੋਂ ਤੱਕ ਜਾਣ ਦੇ। ਮੈਂ ਇੱਕ ਚੇਤਾ ਆ ਗਿਆ ਕੁਐਸਚਨ, ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ, ਕਲਾਕਾਰਾਂ ਦੀ, ਐਕਟਰਾਂ ਦੀ ਤੁਸੀਂ ਗੱਲ ਕੀਤੀ ਹੈ। ਲਗਾਤਾਰ ਜਿਸ ਤਰੀਕੇ ਦੇ ਨਾਲ ਬਾਲੀਵੁੱਡ ਦੇ ਐਕਟਰਾਂ ਦੇ ਵੱਲੋਂ ਵੀ ਜਿਹੜਾ ਪੰਜਾਬ ਦੇ ਵਿੱਚ ਆ ਕੇ ਫਿਲਮਾਂ ਬਣਾਈਆਂ ਗਈਆਂ, ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਬੰਨ੍ਹ ਕੇ ਫਿਲਮਾਂ ਬਣਾਈਆਂ ਗਈਆਂ, ਪੰਜਾਬ ਦੀ ਧਰਤੀ, ਪੰਜਾਬ ਦੇ ਹਾਲਾਤਾਂ ਤੇ, ਪੰਜਾਬ ਦੀ ਕਿਸਾਨੀ ਤੇ ਫਿਲਮਾਂ ਬਣਾਈਆਂ ਗਈਆਂ, ਲੱਖਾਂ ਕਰੋੜਾਂ ਰੁਪਏ ਜਿਹੜੇ ਆ ਉਹ ਇੱਥੋਂ ਬਣਾ ਕੇ ਲੈ ਕੇ ਗਏ। ਕੱਲ ਆਪਣੇ ਇੱਕ ਨਿਹੰਗ ਸਿੰਘ ਨੇ ਅਜੇ ਦੇਵਗਨ ਨੂੰ ਵੀ ਘੇਰਿਆ ਤਾਂ ਉੱਤੇ ਪਰਚਾ ਦਰਜ ਕਰਵਾ ਦਿੱਤਾ ਗਿਆ, ਉਸਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਦੇ ਵੱਲੋਂ। ਪਰ ਅੱਜ ਰਾਤੀ ਜਿਹੜਾ ਹੈਗਾ ਉਹਨੂੰ ਛੁਡਾ ਵੀ ਲਿਆ ਗਿਆ। ਤਾਂ ਇੱਕ ਫਿਲਮੀ ਐਕਟਰ ਆ ਪੰਜਾਬ ਦੇ ਯੋਗਰਾਜ ਸਿੰਘ ਨੇ ਇਹ ਐਲਾਨ ਕੀਤਾ ਕਿ ਆਪਾਂ ਇਹਨੂੰ ਇਹ ਕਰਨਾ ਚਾਹੀਦਾ ਕਿ ਜਿਹੜੇ ਇਹ ਗੱਦਾਰ ਨੇ, ਜਿਹੜੇ ਇਹ ਲੱਖਾਂ ਕਰੋੜਾਂ ਰੁਪਈਆ ਕਮਾ ਕੇ ਪੰਜਾਬ ਦੇ ਵਿੱਚੋਂ ਹੁਣ ਉੱਥੇ ਜਾ ਕੇ ਕਿਸਾਨਾਂ ਦੇ ਵਿਰੁੱਧ ਬੋਲਦੇ ਆ, ਆਪਾਂ ਬਾਲੀਵੁੱਡ ਵਾਲਿਆਂ ਦੀ ਪੰਜਾਬ ਦੇ ਵਿੱਚ ਸ਼ੂਟਿੰਗ ਨਾ ਹੋਣ ਦਈਏ। ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਮੈਂ 4 ਫਿਲਮਾਂ ਛੱਡਤੀਆਂ ਬਾਲੀਵੁੱਡ ਦੀਆਂ ਤੇ ਆਪਾਂ ਇਹਨਾਂ ਦਾ ਕੰਮ ਹੀ ਕਰਨਾ ਛੱਡ ਦਈਏ, ਇਹਨਾਂ ਨੂੰ ਸਬਕ ਸਿਖਾਈਏ ਚੰਗੇ ਤਰੀਕੇ ਦੇ ਨਾਲ। ਕਿਵੇਂ ਦੇਖਦੇ ਹੋ? ਮੈਂ ਤਾਇਦ ਕਰਦਾ ਇਸ ਗੱਲ ਦੀ, ਬਿਲਕੁਲ ਠੀਕ ਆ, ਇਸੇ ਤਰ੍ਹਾਂ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਬਾਲੀਵੁੱਡ ਵਾਲੇ ਇੱਥੇ ਵੜਨ ਨਾ ਦਿਓ, ਇਹਨਾਂ ਦੀਆਂ ਫਿਲਮਾਂ ਨਾ ਚੱਲਣ ਦਿਓ। ਔਰ ਮੈਂ ਪਰਸੋਂ ਵੀ ਇਹ ਸੁਝਾਅ ਉੱਥੇ ਰੱਖਿਆ ਸੀਗਾ ਰੈਲੀ ਦੇ ਵਿੱਚ ਵੀ, ਹੁਣ ਫਿਰ ਤੁਹਾਡੇ ਇੱਥੋਂ ਪਲੇਟਫਾਰਮ ਤੋਂ ਇਹ ਗੱਲ ਬੇਨਤੀ ਕਰਦਾ, ਜਿਹੜੇ ਬੰਦੇ ਅੱਜ ਉਹਨਾਂ ਦੇ ਹੱਕ 'ਚ ਭੁਗਤ ਰਹੇ ਆ ਨਾ, ਜਿਹੜੇ ਚੁੱਪ ਵੀ ਨੇ, ਕਈ ਗੱਲਾਂ ਦੇ ਵਿੱਚ ਕਾਨੂੰਨ ਕਹਿੰਦਾ ਵੀ ਕਈ ਕੰਮ ਤੁਹਾਡੇ ਸਾਹਮਣੇ ਹੁੰਦੇ ਹੋਣ ਤੇ ਜੇ ਤੁਸੀਂ ਚੁੱਪ ਵੱਟ ਲਈ ਆ ਨਾ, ਚੁੱਪ ਮੀਨਸ ਹੁੰਦਾ ਕਿ ਤੁਸੀਂ ਇਸ਼ਾਰਾ ਦਿੱਤਾ ਕਰਨ ਵਾਲੇ ਨੂੰ ਕਿ ਕਰ ਲੈ, ਇਹ ਵੀ ਘਾਤਕ ਆ। ਇਹ ਜਿਹੜੇ ਬੰਦੇ ਨੇ, ਭਾਵੇਂ ਕੋਈ ਵਪਾਰੀ ਆ ਤੇ ਭਾਵੇਂ ਕੋਈ ਬਾਲੀਵੁੱਡ ਸ਼ਾਲੀਵੁੱਡ ਜਿੱਥੋਂ ਮਰਜ਼ੀ ਆ, ਇਹਨਾਂ ਬੰਦਿਆਂ ਦੀ ਸ਼ਨਾਖਤ ਕਰੋ। ਪਰਸੋਂ ਵੀ ਕਿਹਾ ਸੀ, ਸ਼ਨਾਖਤ ਕਰੋ। ਮਾਰਨਾ ਕਿਸੇ ਨੂੰ ਕੁਛ ਨਹੀਂ, ਕਹਿਣਾ ਕਿਸੇ ਨੂੰ ਕੁਛ ਨਹੀਂ, ਛੇਤਰ ਨਹੀਂ ਫੇਰਨਾ, ਗਾਲਮੰਦਾ ਨਹੀਂ ਕਰਨਾ। ਇਹ ਜੇ ਡਾਕਟਰ ਹੈ ਤੇ ਇਹਦੇ ਕੋਲ ਦਵਾਈ ਲੈਣ ਨਾ ਜਾਓ, ਇਹਦੀ ਸਪੇਅਰ ਪਾਰਟ ਦੀ ਦੁਕਾਨ ਆ, ਇਹਦੇ ਕੋਲ ਸਮਾਨ ਨਾ ਲਾਓ, ਠੀਕ ਆ। ਤੇ ਇਹਦਾ ਸ਼ੂਜ਼ ਦਾ ਕਾਰੋਬਾਰ ਆ ਤੇ ਇਹਨੂੰ ਕਹੋ ਵੀ ਨਹੀਂ, ਜੁੱਤੀਆਂ ਤੇਰੇ ਜੋਗੀਆਂ ਨੇ, ਤੂੰ ਰੱਖ। ਸ਼ਾਂਤਮਈ ਤਰੀਕੇ ਦੇ ਨਾਲ ਬਾਈਕਾਟ ਕਰੋ। ਹਾਂ, ਬਾਈਕਾਟ ਇਹੋ ਜਿਹਾ ਕਰੋ ਵੀ ਮਤਲਬ ਕਿ ਇਹਨਾਂ ਨੂੰ ਅੰਦਰੋਂ ਸ਼ਰਮਿੰਦਗੀ, ਸ਼ਰਮ ਵੀ ਆ ਜੇ, ਘਾਟਾ ਵੀ। ਇਹ ਆ ਸੋ ਇਹੋ ਜਿਹੀ ਰਣਨੀਤੀ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਵਾ। ਤੇ ਜਿੱਤ ਤੇ ਫਿਰ ਯਕੀਨੀ ਆ ਸਮਾਂ ਵੱਧ ਘੱਟ ਲੱਗ ਸਕਦਾ, ਉਤਾਰ ਚੜਾਵ ਆਉਂਦੇ ਆ। ਪਿੱਛੇ ਜੇ ਆਇਆ ਕਿ ਕਾਫੀ ਲੋਕ ਵਾਪਸ ਆ ਗਏ ਨੇ, ਕੋਈ ਗੱਲ ਨਹੀਂ, ਆ ਗਏ ਨੇ ਫਿਰ ਚਲੇ ਵੀ ਗਏ ਆ। ਹੁਣ ਵੇਖ ਲਓ, ਜਿਵੇਂ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਆਉਂਦੇ ਆ। ਤੁਹਾਨੂੰ ਲੱਗਦਾ ਕਿ ਰਣਨੀਤੀ ਦੀ ਲੋੜ ਹੈ? ਹਾਂ, ਆਰਗੇਨਾਈਜ਼ ਹੋਣ ਦੀ ਤਾਂ ਲੋੜ ਹੈ, ਕਿਉਂਕਿ ਹੁਣ ਇੱਕ ਜਿਹੜਾ ਆਪਾਂ ਕਹਿ ਦਈਏ ਖੜਾਵ ਆ ਚੁੱਕਿਆ, ਉਹਦੇ ਵਿੱਚ ਬਹੁਤ ਜ਼ਿਆਦਾ ਆਰਗੇਨਾਈਜ਼ ਹੋਣ ਦੀ ਲੋੜ ਆ, ਆਰਗੇਨਾਈਜ਼ ਹੋ ਕੇ ਰਣਨੀਤੀ ਬਣਾਉਣ ਦੀ ਲੋੜ ਆ। ਦੁਖਾਂਤ ਤੇ ਆ ਕਿ ਜਿਹੜੇ ਬੰਦੇ ਪ੍ਰੋਗਰਾਮ ਵਧੀਆ ਦੇ ਰਹੇ ਸੀ, ਦੀਪ ਸਿੱਧੂ ਸੀ,
ਲੱਖਾ ਸਿਧਾਣਾ ਸੀ, ਡਾਕਟਰ ਉਦੋਂ ਕੇ ਹੋਰੀ ਸੀਗੇ ਜੋ ਵਧੀਆ ਦੇ ਰਹੇ ਸੀ, ਉਹ ਸਾਰੇ ਤੇ ਹੁਣ ਉਹਨਾਂ ਨੇ ਪਰਚੇ ਦੇ ਕੇ ਜਾਂ ਕਿਸੇ ਵੀ ਤਰੀਕੇ ਪ੍ਰੈਸ਼ਰਾਈਜ਼ ਕਰਕੇ ਉਹ ਖਦੇੜ ਦਿੱਤੇ ਆ, ਇੱਧਰ ਉੱਧਰ ਕਰ ਦਿੱਤੇ ਆ। ਉਹਨਾਂ ਦਾ ਇਹੀ ਮੰਤਵ ਸੀ ਕਿ ਬਸ ਕਿਸੇ ਵੀ ਤਰ੍ਹਾਂ ਜਿਹੜੇ ਬੰਦੇ ਇਹਨਾਂ ਨੂੰ ਆਰਗੇਨਾਈਜ਼ ਕਰਕੇ ਚਲਾ ਰਹੇ ਨੇ ਉਹਨਾਂ ਨੂੰ ਆਪਾਂ ਸ਼ੁਰੂ ਤੋਂ ਦੇਖਦੇ ਹਾਂ, ਜਦੋਂ ਵੀ ਕਿਤੇ ਮੂਵਮੈਂਟ ਲਹਿਰ ਉੱਠਦੀ ਆ ਤੇ ਜਦੋਂ ਪਤਾ ਹੋਵੇ ਰੈਲੀ ਰੱਖੀ ਹੈ ਜਾਂ ਕੋਈ ਵੱਡਾ ਇਕੱਠ ਆ, ਉਦੋਂ 2-4 ਦਿਨ ਪਹਿਲਾਂ ਮੇਨ ਬੰਦੇ ਚੁੱਕ ਕੇ ਅੰਦਰ ਕਰ ਲਓ ਤੇ ਲੋਕੀ ਆਰਗੇਨਾਈਜ਼ ਹੀ ਨਹੀਂ ਹੋ ਪਾਉਂਦੇ, ਇਕੱਠੇ ਨਹੀਂ। ਉਹੀ ਘਾਟ ਹੁਣ ਹੋ ਰਹੀ ਹੈ। ਕੀ ਲੱਗਦਾ ਹੈ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਜਿਹੜਾ ਹੈਗੇ ਆ ਉਹ ਹੁਣ ਤਾਂ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਤਾਂ ਉਹ ਪਾਟੇ ਹੀ ਪਾਟੇ ਹੈਗੇ ਆ, ਪਰ ਸਭ ਤੋਂ ਪਹਿਲਾਂ ਇਹ ਚੀਜ਼ ਹੋਣ ਤੋਂ ਪਹਿਲਾਂ ਉਹ ਆਪਸ ਦੇ ਵਿੱਚ ਵੀ ਦੋਨੇ ਜਿਹੜੇ ਹੈਗੇ ਆ ਵਿਚਾਰਕ ਵਖਰੇਵੇਂ ਹੋਣ ਦੇ ਕਰਕੇ ਪਾਟ ਗਏ ਸੀ। ਕਿਵੇਂ, ਕੀ ਮੈਸੇਜ ਦੇਣਾ ਚਾਹੋਗੇ ਲੱਖੇ ਸਿਧਾਣੇ ਤੇ ਦੀਪ ਸਿੱਧੂ ਨੂੰ? ਮੈਂ ਵੀਰ ਲੱਖੇ ਸਿਧਾਣੇ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਸੀ, ਨੰਬਰ ਉਹਨਾਂ ਦੇ ਬੰਦ ਆਉਣੇ ਸੀਗੇ ਕਿਉਂਕਿ ਇੰਨੀ ਚੁੱਕ ਠੱਲ ਹੋਈ ਹੈ, ਨੰਬਰ ਤਾਂ ਬੰਦ ਸੀਗੇ। ਕਿਸੇ ਜ਼ਰੀਏ ਮੈਂ ਸੁਣਾ ਲਾਇਆ, ਵੀਡੀਓ ਵੀ ਪਾਈ ਸੀ। ਮੈਂ ਫਿਰ ਇੱਕ ਵਾਰ ਤੁਹਾਡੇ ਪਲੇਟਫਾਰਮ ਤੋਂ ਬੇਨਤੀ ਕਰੂੰਗਾ ਕਿ ਤਜਵੀਜ਼ ਆ ਕਿ ਇਕੱਠੇ ਹੋ ਕੇ ਦੀਪ ਸਿੱਧੂ ਹੋਰਾਂ ਨਾਲ ਤੁਰੋ। ਤੁਹਾਡੀ ਭੂਮਿਕਾ ਜਿਹੜੀ ਆ ਲੱਖੇ ਵੀਰ ਦੀ, ਉਹ ਲੱਖੇ ਵੀਰ ਨੇ ਆਪ ਹੀ ਨਿਭਾਉਣੀ ਆ, ਜੋ ਦੀਪ ਸਿੱਧੂ ਦੀ ਆ ਉਹਨੇ ਆਪ ਹੀ ਨਿਭਾਉਣੀ ਆ। ਦੋਵਾਂ ਦਾ ਆਪੋ ਆਪਣਾ ਬਹੁਤ ਅਹਿਮ ਰੋਲ ਆ, ਆਪਾਂ ਇਸ ਚੀਜ਼ ਤੋਂ ਮੁਨੱਕਰ ਨਹੀਂ ਹੋ ਸਕਦੇ। ਦੋਵੇਂ ਯੂਥ ਦੇ ਆਈਕਨ ਨੇ। ਮੇਰੇ ਨਾਲ ਸੰਪਰਕ ਕਰਨਾ ਹੈ, ਮੇਰੇ ਨਾਲ ਕਰ ਲੈਣ। ਦੀਪ ਸਿੱਧੂ ਨਾਲੋਂ ਮੈਂ 100% ਗਰੰਟੀ ਦੇਣਾ ਹਰ ਚੀਜ਼ ਦੀ। ਤਲਵਾੜਾ ਸਾਹਿਬ ਨਾਲ ਕਰਨਾ, ਬਾਬਾ ਜੀ ਨਾਲ, ਉਹਨਾਂ ਨੂੰ ਸੰਪਰਕ ਕਰ ਲੈਣ ਵੀਰ ਲੱਖੇ ਹੋਰੀ। ਤੇ ਬਾਬੀ ਬਖਸ਼ੀਸ਼ ਸਿੰਘ ਹੋਰਾਂ ਨਾਲ ਕਰਨਾ, ਉਹ ਕਰੂ ਬੰਦੇ ਨੇ, ਉਹਨਾਂ ਨਾਲ ਕਰ ਲੈਣ। ਸੋ ਇੱਕ ਹੋ ਕੇ ਚੱਲੀਏ ਆਪਾਂ, ਬਸ ਦਿੱਲੀ ਨੂੰ ਟੁੱਟ ਕੇ ਪੈ ਜਾਣਾ ਤੇ ਲੁੱਟ ਕੇ ਲੈ ਜਾਣਾ। ਬਿਲਕੁਲ। ਤਾਂ ਅਮਰ ਚੀਮਾ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਤਾਂ ਇਹ ਸਨ ਪੰਜਾਬੀ ਗਾਇਕ ਅਮਰਤ ਚੀਮਾ, ਜਿਨ੍ਹਾਂ ਦੇ ਵੱਲੋਂ ਆਪਾਂ ਦੇਖਿਆ ਕਿ ਸਾਰੀ ਗੱਲਬਾਤ ਦੱਸੀ ਗਈ, ਕਿਸ ਤਰੀਕੇ ਦੇ ਨਾਲ ਨਾ ਠਾਕਰਾ ਹੋਇਆ ਬੀਜੇਪੀ ਤੇ RSS ਦੇ ਬੰਦਿਆਂ ਨਾਲ, ਕਿਸ ਤਰੀਕੇ ਦੇ ਨਾਲ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਕੁਝ ਨਾਅਰੇ ਮਾਰ ਕੇ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇਹਨਾਂ ਦੇ ਵੱਲੋਂ ਉਹਨਾਂ ਨੂੰ ਖੂਬ ਸਬਕ ਵੀ ਸਿਖਾਇਆ ਗਿਆ। ਤਾਂ ਨਾਲ ਹੀ ਨਾਲ ਉਹਨਾਂ ਨੂੰ ਸੁਨੇਹਾ ਵੀ ਦਿੱਤਾ ਉਹਨਾਂ ਨੇ ਕਿਸਾਨੀ ਅੰਦੋਲਨ ਤੇ ਕਿ ਪੰਜਾਬ ਦੇ ਜਿਹੜੇ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਵਸਦੇ ਆ, ਉਹ ਇਹ ਚੀਜ਼ ਚਾਹੁੰਦੇ ਆ ਕਿ ਕਿਸਾਨਾਂ ਦੀ ਜਿੱਤ ਹੋਵੇ, ਪਰ ਰਣਨੀਤੀ ਕੁਝ ਨਾ ਕੁਝ ਬਣਾਉਣ ਦੀ ਬਿਲਕੁਲ ਜ਼ਰੂਰਤ ਹੈਗੀ ਹੈ। ਤੇ ਨਾਲ ਹੀ ਨਾਲ ਚਾਹੇ ਦੀਪ ਸਿੱਧੂ ਆ, ਚਾਹੇ ਲੱਖਾ ਸਿਧਾਣਾ, ਚਾਹੇ ਕੋਈ ਹੋਰ ਬੰਦੇ ਨੇ, ਆਪਾਂ ਨੂੰ ਆਪਸ ਦੇ ਵਿੱਚ ਪਾਟ ਕੇ ਨਹੀਂ ਤੁਰਨਾ ਚਾਹੀਦਾ, ਕਿਉਂਕਿ ਇਹ ਇੱਕ ਸਾਜ਼ਿਸ਼ ਹੈ ਸੰਘਰਸ਼ ਨੂੰ ਤਾਰੋ ਪੀੜ ਕਰਨ ਦੀ। ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੁਰਨਾ ਚਾਹੀਦਾ ਤਾਂ ਜੋ ਸੰਘਰਸ਼ ਦੇ ਵਿੱਚ ਜਿੱਤ ਦਰਜ ਕੀਤੀ ਜਾ ਸਕੇ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।